निक पाद पंकज बंदन पाद पंकज बंदन सिमरयंगद दोख निकंदन अमर दास गुर हृदय त्याओ जी हृदय त्यावो। श्री गुरु रामदास गुण गाओ। गुरु अर्जन बिगनन के नासक बिगनन के नासक हरि गोबिंद शुभ मत प्रकाशक। श्री हर राय नमो कर जोरी नमो कर जोरी। श्री हर कृष्ण मनाए बहोरी। तेग बहादुर परम कृपाला जी परम कृपाला। श्री गुरु गोबिंद सिंह विसाला तारा पर पुन पुन सीसा। वाहिगुरु पुन पुन सीसा। बंदो बार बार जगदीसा। एक ओंकार सतगुरु ते प्रसाद सच होए। वाहिगुरु जी की फतेह है विघ्न विनाशन सोए। जिसमें अमृत ज्ञान है मानक भगत वैराग। गुरु ग्रंथ साहिब उदद बंदो कर अनुराग। कहाँ बुद्ध प्रभ तुच्छ हमारी वर्ण सकै महिमा जो तिहारी। हम ना सकत कर सिफत तुम्हारी आप लिहो तुम कथा सुधारी। हम ना सकत कर सिफत तुम्हारी आप लिहो तुम कथा सुधारी। सतनाम श्री वाहिगुरु साहिब जी दोहरा। सुनत गिरंदन हुक्म को सुपट पंच सह जाए। घाटा रोक्यो अगर ते महा बिखम जिस थाए। वाहिगुरु जी का खालसा वाहिगुरु जी की फतेह। गरीब नवाज अंतरजामी सच्चे पातशाह जी महाराज आद निरंजन है गुरु नानक तार कै मूर्त है जग आयो। लोक सुनियो परलोक सुनियो विदलोक सुनियो सब दर्शन पायो। संगत पार उतारन को गुरु नानक साहिब पंथ चलायो। वाहिगुरु गुरु नानक साहिब तार कै मूर्त है जग आयो। अकाल पुरख परमेश्वर वाहिगुरु निरंकार जी ਸਾਡੇ ਸੰਸਾਰੀ ਜੀਵਾਂ ਦਾ ਭਲਾ ਕਰਨ ਵਾਸਤੇ ਡੁੱਬਦਾ ਬੇੜਾ ਭਵਸਾਗਰ ਤੋਂ ਪਾਰ ਲੰਘਾਉਣ ਵਾਸਤੇ ਇਸ ਆਤਮਾ ਦਾ ਕਲਿਆਣ ਕਰਨ ਵਾਸਤੇ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਹੋਏ ਹਨ। 10 ਜਾਮੇ ਧਾਰਨ ਕਰਕੇ ਸਾਰੀ ਮਾਨਵਤਾ ਦਾ ਭਲਾ ਕੀਤਾ ਹੈ ਔਰ ਸਦਾ ਸਦਾ ਲਈ ਆਪਣੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਵਿੱਚ ਵਿਰਾਜਮਾਨ ਕਰ ਦਿੱਤੇ ਹਨ। ਅੱਜ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦਾ ਆਨੰਦ ਮਾਣ ਰਹੇ ਹਾਂ। ਇਹ ਸਭ ਗੁਰੂ ਨਾਨਕ ਕੀ ਵਡਿਆਈ ਹੈ। ਸੱਚੇ ਪਾਤਸ਼ਾਹ ਮਹਾਰਾਜ ਦੀ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਗੁਰੂ ਕੇ ਸਿੱਖਾਂ ਨੇ ਲਾਹੇ ਪ੍ਰਾਪਤ ਕੀਤੇ ਹਨ। ਸ੍ਰੀ ਅਕਾਲ ਉਤਤ ਸਾਹਿਬ ਜੀ ਦੇ ਪਾਠ ਹੋਏ ਹਨ। ਚੰਡੀ ਦੀ ਵਾਰ ਦੇ ਜਾਪ ਹੋਏ ਹਨ। ਆਰਤੀ ਆਰਤੇ ਰਹਿਰਾਸ ਸਾਹਿਬ ਜੀ ਦੇ ਜਾਪ ਸਰਵਣ ਕੀਤੇ ਹਨ। ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰੂ ਖਾਲਸਾ ਜੀ ਆਪਣੀਆਂ ਮਨ ਬਿਰਤੀਆਂ ਸ੍ਰੀ ਪਾਉਂਟਾ ਸਾਹਿਬ ਲੈ ਚੱਲੀਏ। ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਉਸ ਧਰਤੀ ਦਾ ਬੜਾ ਸੁੰਦਰ ਵਰਣਨ ਕੀਤਾ ਹੈ। ਦੇਸ ਚਾਲ ਹਮ ਤੇ ਪੁਨ ਭਈ ਸ਼ਹਿਰ ਪਾਵਟਾ ਕੀ ਸੁਧ ਲਈ। ਉਹ ਪਾਉਂਟਾ ਸਾਹਿਬ ਪਾਵਨ ਧਰਤੀ ਹੈ ਜਿੱਥੇ 4 ਸਾਲ ਬਾਜਾਂ ਵਾਲੇ ਪਾਤਸ਼ਾਹ ਜੀ ਨੇ ਬੇਅੰਤ ਕੌਤਕ ਕੀਤੇ ਹਨ। ਇੱਥੇ ਹੀ ਸਾਧ ਸੰਗਤ ਜੀ ਰਾਜਾ ਫਤਿਹ ਸ਼ਾਹ ਅਤੇ ਰਾਜਾ ਮੇਦਨੀ ਪ੍ਰਕਾਸ਼ ਦੀ ਸੁਲ੍ਹਾ ਕਰਾਈ ਸੀ। ਇੱਥੋਂ ਹੀ ਰਾਜਾ ਫਤਿਹ ਸ਼ਾਹ ਦੀ ਬੇਟੀ ਦੇ ਵਿਆਹ ਵਿੱਚ
ਸਵਾ ਲੱਖ ਰੁਪਈਏ ਦਾ ਤੰਬੋਲ ਸਗਨ ਭੇਜਿਆ ਸੀ ਕੰਨਿਆ ਦਾਨ ਵਜੋਂ, ਜਿਹੜਾ ਉੱਥੇ ਦੀਵਾਨ ਆਨੰਦ ਚੰਦ ਜੀ ਤੇ ਪੰਡਤ ਦਇਆ ਰਾਮ ਜੀ ਲੈ ਕੇ ਗਏ ਸਨ। ਪਰ ਜਦੋਂ ਰਾਜਾ ਫਤਿਹ ਸ਼ਾਹ ਪਹਾੜੀਆ ਭੀਮ ਚੰਦ ਦੇ ਆਖੇ ਲੱਗ ਕੇ ਗੁਰੂ ਘਰ ਦਾ ਦੁਖੀ ਬਣ ਗਿਆ, ਸਾਹਿਬ ਕਲਗੀਧਰ ਜੀ ਨੇ ਆਪਣੀ ਬਾਣੀ 'ਚ ਇਉਂ ਲਿਖਿਆ, ਫਤਿਹ ਸ਼ਾਹ ਕੋਪਾ ਤਬ ਰਾਜਾ ਲੋਹ ਪਰਾ ਹਮਸੋਂ ਬਿਨ ਕਾਜਾ। ਰਾਜਾ ਫਤਿਹ ਸ਼ਾਹ ਸਾਡੇ ਨਾਲ ਬਿਨਾਂ ਮਤਲਬ ਲਈ ਲੜਨ ਲਈ ਤਿਆਰ ਹੋਇਆ। ਹਾਲਾਂਕਿ ਅਸੀਂ ਉਹਦੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਰੱਖਦੇ, ਪਰ ਸਾਧ ਸੰਗਤ ਜੀ, ਪਰਮੇਸ਼ਰ ਦੇ ਪਿਆਰਿਆਂ ਸੰਤਾਂ ਭਗਤਾਂ ਦੀ ਦੁਨੀਆ ਵੈਰੀ ਹੈ। ਬਾਣੀ 'ਚ ਬਚਨ ਆਉਂਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਪਰਮੇਸ਼ਰ ਦੇ ਪਿਆਰਿਆਂ ਦਾ ਤੇ ਸੰਸਾਰੀ ਲੋਕਾਂ ਦਾ ਆਪਸ 'ਚ ਮੇਲ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਸੰਸਾਰ ਦੀ ਮਾਇਆ ਸੱਚੀ ਨਜ਼ਰ ਆਉਂਦੀ ਹੈ ਤੇ ਰੱਬ ਦੇ ਭਗਤਾਂ ਨੂੰ ਇਹ ਸੰਸਾਰ ਸੁਪਨਾ ਨਜ਼ਰ ਆਉਂਦਾ ਹੈ। ਇਹ ਫਰਕ ਹੈ ਸੰਸਾਰੀਆਂ ਵਿੱਚ ਤੇ ਭਗਤਾਂ ਦੀ ਦ੍ਰਿਸ਼ਟੀ ਵਿੱਚ। ਸੋ ਰਾਜਾ ਫਤਿਹ ਸ਼ਾਹ ਭੀਮ ਚੰਦ ਦੇ ਆਖੇ ਲੱਗ ਕੇ ਸਤਿਗੁਰੂ ਸਾਹਿਬ ਜੀ ਨਾਲ ਯੁੱਧ ਕਰਨ ਦੀਆਂ ਤਿਆਰੀਆਂ ਕਰਨ ਲੱਗਾ। ਔਰ ਜਿਹੜੇ ਸਿੱਖ ਉੱਥੇ 500 ਸਿੱਖ ਗੁਰੂ ਸਾਹਿਬ ਜੀ ਨੇ ਭੇਜੇ ਸਨ, ਉਹਨਾਂ ਦਾ ਰਾਹ ਰੋਕ ਕੇ ਉਹਨਾਂ ਦੇ ਕੋਲੋਂ ਘੋੜੇ ਸ਼ਸਤਰ ਖੋਹਣ ਦਾ ਇਰਾਦਾ ਵੀ ਕੀਤਾ, ਪਰ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ। ਪਾਤਸ਼ਾਹ ਨੇ ਉਸ ਬਿਖੜੇ ਘਾਟੇ ਵਿੱਚੋਂ, ਜਿੱਥੇ ਇੱਕ ਪਾਸੇ ਬੜੀ ਡੂੰਘੀ ਕਈ ਮੀਲਾਂ ਦੀ ਖਾਈ ਹੈ, ਗੰਗਾ ਵਗਦੀ ਹੈ, ਉੱਚੇ ਉੱਚੇ ਪਹਾੜ ਦੂਜੇ ਪਾਸੇ ਹਨ, ਮਸੀਂ ਇੱਕ ਬੰਦੇ ਦੇ ਲੰਘਣ ਦੀ ਥਾਂ ਹੈ, ਉੱਥੇ ਉਹਨਾਂ ਨੇ ਦੁਸ਼ਮਣਾਂ ਨੇ ਮੋਰਚੇ ਲਾ ਲਏ ਸੀ ਵੀ ਸਾਰੇ ਸਿੱਖਾਂ ਨੂੰ ਮਾਰ ਮਾਰ ਕੇ ਨਦੀ 'ਚ ਰੋੜ ਦਿਆਂਗੇ, ਘੋੜੇ ਖੋਹ ਲਵਾਂਗੇ, ਸ਼ਸਤਰ ਖੋਹ ਲਵਾਂਗੇ। ਪਰ ਗੁਰੂ ਸਾਹਿਬ ਦੀ ਐਸੀ ਕਲਾ ਵਰਤੀ, ਗੁਰੂ ਕੇ ਸਿੱਖ ਸਹੀ ਸਲਾਮਤ 500 ਸਿੱਖ ਸਨ, 500 ਹੀ ਉਹਨਾਂ ਕੋਲ ਘੋੜਾ ਸੀ ਜਿਹੜਾ ਉਹ ਲੈ ਕੇ ਗਏ ਸਨ। 100 ਘੋੜਾ ਇੱਕ ਸ਼ਾਹੂਕਾਰ ਨੇ ਭੇਟਾ ਕੀਤਾ ਗੁਰੂ ਘਰ ਵਾਸਤੇ, ਉਹਦੇ ਸਮੇਤ 600 ਘੋੜੇ ਹੋ ਗਏ ਸਨ। ਉਹ 600 ਘੋੜੇ ਵੀ ਲੈ ਆਂਦੇ, ਸਵਾ ਲੱਖ ਦਾ ਤੰਬੋਲ ਜਿਹੜਾ ਉਹ ਰਾਜੇ ਦੀ ਲੜਕੀ ਨੂੰ ਦੇਣਾ ਸੀ, ਕਿਉਂ ਕਿ ਉਹ ਗੁਰੂ ਘਰ ਦਾ ਦੋਖੀ ਬਣ ਗਿਆ, ਇਸ ਕਰਕੇ ਦੇਣਾ ਵਾਜਬ ਨਹੀਂ ਜਾਣਿਆ। ਉਹ ਵੀ ਚੁੱਕ ਕੇ ਵਾਪਸ ਲੈ ਆਏ ਤੇ ਪੌਂਟਾ ਸਾਹਿਬ ਆ ਪਹੁੰਚੇ ਹਨ। ਕਲਗੀਧਰ ਪਾਤਸ਼ਾਹ ਨੂੰ ਖਬਰ ਮਿਲੀ, ਮਹਾਰਾਜ ਨੇ ਦੀਵਾਨ ਆਨੰਦ ਚੰਦ ਤੇ ਪੰਡਤ ਦਇਆ ਰਾਮ ਜੀ ਨੂੰ ਆਪਣੇ ਚਰਨਾਂ 'ਚ ਸੱਦਿਆ। ਸੁਣਾਓ ਦੀਵਾਨ ਜੀ, ਉੱਥੇ ਕੀ ਵਰਤਾਰਾ ਵਰਤਿਆ ਹੈ? ਰਾਜਾ ਫਤਿਹ ਸ਼ਾਹ ਤੁਹਾਨੂੰ ਕਿਵੇਂ ਮਿਲਿਆ ਹੈ? ਭੀਮ ਚੰਦ ਤਾਂ ਨਹੀਂ ਔਖਾ ਭਾਰਾ ਹੋਇਆ? ਸਾਰੀਆਂ ਗੱਲਾਂ ਸਤਿਗੁਰੂ ਪੁੱਛ ਰਹੇ ਨੇ ਜਿਵੇਂ ਕੁਝ ਜਾਣਦੇ ਹੀ ਨਹੀਂ, ਅਣਜਾਣ ਬਣ ਕੇ। ਤੇ ਅੱਗੋਂ ਦੀਵਾਨ ਆਨੰਦ ਚੰਦ ਜੀ ਕੀ ਕਹਿਣਗੇ, ਉਹ ਕਥਾ ਅੱਜ ਦੇ ਪ੍ਰਕਰਣਾਂ ਵਿੱਚ ਸਰਵਣ ਕਰੀਏ। ਸ੍ਰੀ ਪੌਂਟਾ ਸਾਹਿਬ ਜਮਨਾ ਦੇ ਕੰਢੇ ਤੇ ਇਹ ਵਾਰਤਾਲਾਪ ਹੋ ਰਹੀ ਹੈ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨਤ ਗਿਰੰਦਨ ਹੁਕਮ ਕੋ। ਕਹਿੰਦੇ ਪਹਾੜੀ ਰਾਜਿਆਂ ਨੇ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਿਤਾ ਜੀ ਦੇ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਉਸ ਵੇਲੇ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਸਿੱਖ ਉੱਥੋਂ ਚੱਲ ਆਏ ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਿੱਖਾਂ ਨੂੰ ਪੁੱਛਿਆ। ਸੁਣ ਗੱਲ ਕੀ ਤਰ ਪ੍ਰਸ਼ਨ ਕੋ। ਕਲਗੀਧਰ ਪਾਤਸ਼ਾਹ ਦਾ ਪ੍ਰਸ਼ਨ ਸੁਣ ਕੇ ਆਨੰਦ ਚੰਦ ਕਰ ਬੰਦ। ਦੀਵਾਨ ਆਨੰਦ ਚੰਦ ਜੀ ਹੱਥ ਜੋੜ ਕੇ ਬੋਲੇ ਹਨ, ਵਰਣਨ ਕਰਿਓ ਪ੍ਰਸੰਗ ਸਭ। ਸਾਰੀ ਕਥਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਦੀਵਾਨ ਆਨੰਦ ਚੰਦ ਜੀ ਵਰਣਨ ਕਰਦੇ ਹਨ। ਕਥਾ ਗਿਰੰਦਨ ਬਰੰਦ। ਉਹ ਪਹਾੜੀ ਰਾਜਿਆਂ ਨੇ ਜੋ ਬਦਸਲੂਕੀ ਕੀਤੀ ਹੈ ਉਹ ਵੀ ਦੱਸੀ ਹੈ, ਤੇ ਪਹਿਲਾਂ ਜਿਵੇਂ ਰਾਜਾ ਫਤਿਹ ਸ਼ਾਹ ਬੜੇ ਪ੍ਰੇਮ ਨਾਲ ਮਿਲਿਆ ਉਹ ਵੀ ਦੀਵਾਨ ਜੀ ਦੱਸ ਰਹੇ ਨੇ ਕਲਗੀਧਰ ਪਾਤਸ਼ਾਹ ਜੀ ਨੂੰ। ਚਉਪਈ ਹੋਂ ਅਲਪਗ ਲਾਜ ਉਰ ਲਾਗੀ। ਹੇ ਸੱਚੇ ਪਾਤਸ਼ਾਹ, ਆਪ ਜੀ ਨੇ ਪ੍ਰਸ਼ਨ ਕੀਤਾ ਹੈ, ਮੈਂ ਆਪ ਜੀ ਨੂੰ ਦੱਸਾਂ ਤੇ ਮੈਨੂੰ ਸ਼ਰਮ ਆਉਂਦੀ ਹੈ। ਅਲਪਾਗਾ ਮੈਂ, ਥੋੜ੍ਹਾ ਗਿਆਨ ਹੈ ਮੈਨੂੰ, ਵੱਡਿਆਂ ਦੇ ਸਾਹਮਣੇ ਬੋਲਣਾ ਮੇਰੇ ਵਰਗੇ ਬੰਦੇ ਨੂੰ ਸ਼ਰਮ ਆਉਂਦੀ ਹੈ। ਕੀ ਦੱਸਾਂ, ਕਿਉਂਕਿ ਤੁਸੀਂ ਜਾਣਦੇ ਹੋ। ਜਿਹੜਾ ਜਾਣਦਾ ਹੋਵੇ ਉਹਦੇ ਅੱਗੇ ਜਾਣਕਾਰੀ ਦੱਸਣੀ ਕਹਿੰਦੇ ਸ਼ੋਭਾ ਨਹੀਂ ਦਿੰਦੀ। ਆਪ ਜੀ ਦਾ ਅੰਤਰਜਾਮੀ ਹੋ ਬਿਨ ਬੋਲਿਆ ਸਭ ਕੁਛ ਜਾਣਦਾ, ਕਿਸੇ ਅੱਗੇ ਕੀਚੈ ਅਰਦਾਸ।
ਮਹਾਰਾਜ ਤੁਸੀਂ ਬਿਨਾਂ ਬੋਲੇ ਹੀ ਜਾਣਦੇ ਹੋ, ਤੁਹਾਨੂੰ ਦੱਸਦਿਆਂ ਮੈਨੂੰ ਸ਼ਰਮ ਆਉਂਦੀ ਹੈ। ਤੁਮਰੀ ਬਾਤ ਕਹੋ ਤੁਮ ਆਗੇ। ਤੁਹਾਡੀ ਗੱਲ ਹੀ ਤੁਹਾਨੂੰ ਦੱਸਾਂ, ਤੁਹਾਡਾ ਹੀ ਬਚਨ ਹੈ, ਤੁਹਾਡੀ ਕਥਾ ਹੈ ਤੇ ਤੁਹਾਨੂੰ ਹੀ ਸੁਣਾਵਾਂ ਮਹਾਰਾਜ, ਇਸ ਕਰਕੇ ਸ਼ਰਮ ਆਉਂਦੀ ਹੈ। ਜੇ ਗਰਪਤ ਹੈ ਮੂੰਡ ਗੁਮਾਨੀ। ਮਹਾਰਾਜ ਜਿਹੜੇ ਪਹਾੜੀਏ ਹੰਕਾਰੀ ਨੇ, ਮੂਰਖ ਨੇ, ਸਾਥ ਰਾਵਰੇ ਬੈਰ ਮਹਾਨੀ। ਉਹ ਆਪ ਜੀ ਨਾਲ ਵੈਰ ਕਰਦੇ ਨੇ, ਉਹਨਾਂ ਦੀ ਮੱਤ ਤੇ ਪੜਦਾ ਪੈ ਗਿਆ ਹੈ। ਈਰਖਾ ਤੇ ਦਵੈਸ਼ ਨਾਲ ਬੁੱਧੀ ਮਲੀਨ ਹੋ ਚੁੱਕੀ ਹੈ। ਐਸੀ ਮਲੀਨ ਬੁੱਧੀ ਵਾਲੇ ਉਹ ਰਾਖਸ਼ ਬਿਰਤੀ ਵਾਲੇ ਪਹਾੜੀਏ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਨਾਲ ਦੁਸ਼ਮਣੀ ਰੱਖਦੇ ਹਨ, ਮਨ ਵਿੱਚ ਖੋਟ ਰੱਖਦੇ ਹਨ। ਤੋ ਆਪ ਕੇ ਬੂਝਨ ਕਰੇ। ਫਿਰ ਵੀ ਆਪ ਜੀ ਨੇ ਪੁੱਛਿਆ ਹੈ ਨਾ, ਆਪ ਜੀ ਜਾਣਦੇ ਸਭ ਕੁਝ ਹੋ। ਮਹਾਂਪੁਰਸ਼ ਜਾਣੀ ਜਾਣ ਹੁੰਦੇ ਨੇ, ਸਭ ਕੁਝ ਜਾਣਦੇ ਨੇ, ਪਰ ਜੇ ਕਿਸੇ ਕੋਲੋਂ ਪੁੱਛ ਲੈਣ ਕਾਕਾ ਸੁਣਾ, ਤੇ ਉਹ ਅੱਗੋਂ ਇਹ ਨਾ ਆਖੇ ਮਹਾਰਾਜ ਤੁਸੀਂ ਜਾਣਦੇ ਹੀ ਹੋ, ਮੈਂ ਕਿਉਂ ਦੱਸਾਂ। ਉਹ ਕਹਿੰਦੇ ਆਪ ਜਾਣਦੇ ਹੋ, ਆਪ ਜੀ ਜਾਣੀ ਜਾਣੋ, ਇਸ ਗੱਲ ਵਿੱਚ ਤਾਂ ਕੋਈ ਸ਼ੱਕ ਨਹੀਂ, ਪਰ ਫਿਰ ਵੀ ਤੁਸੀਂ ਪੁੱਛਿਆ ਨਾ, ਪੁੱਛਿਆ ਤੁਹਾਡਾ ਹੁਕਮ ਹੈ, ਮੈਨੂੰ ਦੱਸਣਾ ਪੈਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨੂੰ ਕਹਿੰਦੇ ਆ ਵਿਵੇਕ ਬੁੱਧੀ। ਸਾਡੇ ਵਰਗਾ ਮੂਰਖ ਹੋਵੇ ਤੇ ਕਲਗੀਧਰ ਪਾਤਸ਼ਾਹ ਨੂੰ ਕਹੇ ਮਹਾਰਾਜ ਤੁਸੀਂ ਜਾਣਦੇ ਹੋ, ਮੈਂ ਨਹੀਂ ਦੱਸਣਾ, ਆਪੇ ਬੁੱਝ ਲਓ। ਉਹ ਬੁੱਝਦੇ ਤਾਂ ਹਨ, ਉਹ ਤਾਂ ਜਾਣਦੇ ਆ। ਮਹਾਰਾਜ ਜਾਣੀ ਜਾਣੋ ਤੁਸੀਂ, ਫਿਰ ਵੀ ਤੁਸੀਂ ਪੁੱਛਿਆ ਹੈ ਨਾ, ਤਾਂ ਉਹ ਆਪ ਕੇ ਬੂਝਨ ਕਰੇ। ਆਪ ਜੀ ਨੇ ਪੁੱਛਿਆ ਹੈ, ਇਸ ਕਰਕੇ ਕਹਿਬੇ ਕੋ ਮਮ ਚਿਤ ਅਨੁਸਰੇ। ਤਾਂ ਮੇਰਾ ਚਿੱਤ ਕਰਦਾ ਕਿ ਮੈਂ ਆਪ ਜੀ ਨੂੰ ਸਾਰੀ ਵਾਰਤਾ, ਜੋ ਕੁਝ ਉੱਥੇ ਵਾਪਰਿਆ ਹੈ ਸ੍ਰੀਨਗਰ ਦੇ ਵਿੱਚ, ਉਹ ਸਾਰਾ ਕੁਝ ਦੱਸਾਂ। ਕਿਰਪਾ ਧਾਰ ਤੁਮ ਦਾਇਜ ਦੀਨਾ। ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬੜੀ ਕਿਰਪਾ ਕਰਕੇ ਰਾਜਾ ਫਤਿਹ ਸ਼ਾਹ ਦੀ ਬੇਨਤੀ ਮੰਨੀ, ਉਹਦੀ ਬੇਟੀ ਦੇ ਵਿਆਹ ਵਾਸਤੇ 1.25 ਲੱਖ ਦਾ ਦਾਜ ਭੇਜਿਆ। ਹਮ ਕੋ ਨਿਰਪ ਢਿਗ ਭੇਜਨ ਕੀਨਾ। ਸਾਨੂੰ ਭੇਜਿਆ ਰਾਜੇ ਦੇ ਕੋਲ। ਮਿਲੇ ਜਾਏ ਆਦਰ ਬਡਠਾਨਾ। ਮਹਾਰਾਜ ਅਸੀਂ 1.25 ਲੱਖ ਦਾ ਤੰਬੋਲ ਲੈ ਕੇ ਮੈਂ ਤੇ ਪੰਡਿਤ ਦਇਆ ਰਾਮ ਜੀ ਗਏ। ਰਾਜੇ ਫਤਿਹ ਸ਼ਾਹ ਨੇ ਸਾਡੀ ਬੜੀ ਇੱਜ਼ਤ ਕੀਤੀ, ਬੜਾ ਆਦਰ ਕੀਤਾ, ਸਾਡਾ ਡੇਰਾ ਵੀ ਬੜੇ ਸੋਹਣੇ ਬਾਗ ਵਿੱਚ ਲਵਾਇਆ। ਹਮ ਕਹਿ ਸਿਵਰ ਕੀਨ ਮੈਦਾਨਾ। ਉਹ ਤਾਂ ਕਹਿੰਦਾ ਸੀ ਸ਼ਹਿਰ ਵਿੱਚ ਡੇਰਾ ਕਰੋ, ਪਰ ਅਸੀਂ ਸਮਝਦੇ ਸੀ ਵੀ ਸ਼ਹਿਰ ਵਿੱਚ ਡੇਰਾ ਕਰਨਾ ਸੁਰੱਖਿਅਤ ਨਹੀਂ ਹੈ, ਹੋ ਸਕਦਾ ਇੱਥੇ ਕੋਈ ਲੜਾਈ ਝਗੜਾ ਨਾ ਹੋ ਜਾਵੇ, ਇਸ ਕਰਕੇ ਮੈਂ ਸ਼ਹਿਰ ਤੋਂ ਬਾਹਰ ਡੇਰਾ ਲਾਣਾ ਪਸੰਦ ਕੀਤਾ। ਰਾਵਰ ਰੋਕ ਬਰਾਤ ਹਟਾਈ। ਇਧਰੋਂ ਸੱਚੇ ਪਾਤਸ਼ਾਹ ਆਪ ਜੀ ਨੇ ਰਾਜੇ ਭੀਮ ਚੰਦ ਦੀ ਬਰਾਤ ਰੋਕ ਲਈ। ਆਪ ਜੀ ਨੇ ਪੌਂਟੇ ਤੋਂ ਲੰਘਣ ਨਹੀਂ ਦਿੱਤਾ ਭੀਮ ਚੰਦ ਨੂੰ ਫੌਜਾਂ ਸਮੇਤ। ਸੁਧ ਸਭ ਸ੍ਰੀਨਗਰ ਸੁਣ ਪਾਈ। ਇਹ ਖਬਰ ਵੀ ਸ੍ਰੀਨਗਰ ਪਹੁੰਚ ਗਈ ਵੀ ਬਰਾਤ ਦੇਰੀ ਨਾਲ ਆਵੇਗੀ, ਕਿਉਂਕਿ ਕਲਗੀਧਰ ਨੇ ਪੌਂਟੇ ਤੋਂ ਬਰਾਤ ਅੱਗੇ ਨਹੀਂ ਲੰਘਣ ਦਿੱਤੀ। ਭਏ ਤਿਆਰ ਹਮ ਆਵਨ ਇਤ ਕੋ। ਸਾਨੂੰ ਪਤਾ ਲੱਗ ਗਿਆ ਸੀ ਵੀ ਆਪ ਜੀ ਨੇ ਬਰਾਤ ਰੋਕ ਲਈ ਹੈ ਤੇ ਇੱਥੇ ਗੜਬੜ ਹੋਣੀ ਹੈ। ਉਹ ਸਾਰਾ ਗੁੱਸਾ ਇਹਨਾਂ ਨੇ ਸਾਡੇ ਤੇ ਕੱਢਣਾ, ਅਸੀਂ ਥੋੜ੍ਹੇ ਹਾਂ, ਇਹ ਜ਼ਿਆਦਾ ਨੇ, ਇਸ ਕਰਕੇ ਅਸੀਂ ਉੱਥੋਂ ਵਾਪਸ ਆਉਣ ਨੂੰ ਤਿਆਰ ਹੋ ਪਏ ਸੀ। ਰਾਖੇ ਫਤਿਹ ਸ਼ਾਹ ਕਰ ਹਿਤ ਕੋ। ਪਰ ਰਾਜਾ ਫਤਿਹ ਸ਼ਾਹ ਨੇ ਬੜਾ ਹੀ ਪ੍ਰੇਮ ਕਰਕੇ ਬਹੁਤ ਜ਼ਿਆਦਾ ਹੱਥ ਜੋੜ ਕੇ ਸਾਨੂੰ ਫਿਰ ਰੱਖ ਲਿਆ। ਕਹਿਣ ਲੱਗਾ ਦੀਵਾਨ ਜੀ ਅਜੇ ਨਹੀਂ ਜਾਣਾ, ਇਹ ਦਾਜ ਤੁਸੀਂ ਜਦੋਂ ਸਾਰੇ ਇਕੱਠੇ ਹੋ ਜਾਗੇ ਨਾ ਰਾਜੇ 22 ਧਾਰ ਦੇ, ਉਦੋਂ ਦਾਨ ਕਰਿਆ ਜੇ। ਹੋਏ ਗਰੇਸ਼ਨ ਮੇਲ ਵਿਸਾਲਾ। ਪਹਾੜੀ ਰਾਜਿਆਂ ਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਾਜ ਉਦੋਂ ਦਿਆ ਜੇ ਜਦੋਂ ਸਾਰੇ ਰਾਜਿਆਂ ਦਾ ਮੇਲ ਹੋਵੇਗਾ। ਇਹ ਤੰਬੋਲ ਬੜ ਦੇਹੋ ਤਿਸ ਕਾਲਾ। ਇਹ ਏਡਾ ਵੱਡਾ ਜਿਹੜਾ ਤੰਬੋਲ ਤੁਸੀਂ 1.25 ਲੱਖ ਦਾ ਲੈ ਕੇ ਆਏ ਹੋ, ਇਹ ਉਦੋਂ ਹੀ ਦਿਆ ਜੇ ਜਦੋਂ ਸਾਰੇ ਰਾਜੇ ਆ ਜਾਣਗੇ। ਬਸ ਰਹੇ ਸੁਜਸ ਸਤਿਗੁਰੂ ਕੇਰਾ। ਜਦੋਂ ਰਾਜਿਆਂ ਦੀ ਸਭਾ ਲੱਗੇਗੀ, ਰਾਜੇ ਆਪੋ ਆਪਣਾ ਨਿਉਂਦਰਾ ਦੇਣਗੇ, ਕੰਨਿਆ ਦਾਨ ਦੇਣਗੇ, ਤੰਬੋਲ ਦੇਣਗੇ ਲੜਕੀ ਨੂੰ, ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਬੋਲਿਆ ਜਾਏਗਾ। ਉਦੋਂ ਮਹਾਰਾਜ ਗੁਰੂ ਘਰ ਦੀ ਸੋਭਾ ਹੋਵੇਗੀ। ਸੋ ਰਾਜਾ ਫਤਿਹ ਸ਼ਾਹ ਕਹਿੰਦਾ ਪੰਡਿਤ ਜੀ ਮੇਰੀ ਇਹ ਬੇਨਤੀ ਹੈ ਕਿ ਕਿਰਪਾ ਕਰਕੇ ਤੁਸੀਂ ਅਜੇ ਥੋੜ੍ਹੇ ਦਿਨ ਹੋਰ ਸ੍ਰੀਨਗਰ 'ਚ ਰੁਕ ਜਾਓ। ਗੁਰੂ ਘਰ ਵੱਲੋਂ ਇਹ ਦਾਨ, ਇਹ ਕੰਨਿਆ ਦਾਨ
ਕਰਕੇ ਜਾਇਆ ਜੇ। ਤਿਨਕੇ ਸਾਥ ਹੋਏ ਵੱਡ ਮੀਰਾ। ਆ ਕਹਿੰਦੇ ਜਦੋਂ ਗੁਰੂ ਦਾ ਜਸ ਹੋਵੇਗਾ ਤੇ ਮੇਰਾ ਵੀ ਹੋਵੇਗਾ ਗੁਰੂ ਦੇ ਨਾਲ। ਵੀ ਰਾਜਾ ਫਤਿਹ ਸ਼ਾਹ ਉੱਤੇ ਗੁਰੂ ਘਰ ਦੀ ਕਿੰਨੀਆਂ ਬਖਸ਼ਿਸ਼ਾਂ ਨੇ, ਕਲਗੀਧਰ ਪਾਤਸ਼ਾਹ ਕਿੰਨੇ ਦਿਆਲੂ ਨੇ, ਵੀ ਜਿਹਦੀ ਲੜਕੀ ਵਾਸਤੇ ਆਪ ਜੀ ਨੇ 1.25 ਲੱਖ ਦਾ ਦਾਜ ਭੇਜਿਆ ਹੈ। ਵਸਤ ਅਜਾਇਬ ਕੋ ਸਭ ਹੀਰੇ। ਮਹਾਰਾਜ ਸਾਰੀਆਂ ਕੀਮਤੀ ਵਸਤੂਆਂ ਜਿਹੜੀਆਂ ਤੁਸੀਂ ਲੈ ਕੇ ਆਏ ਹੋ ਉਹ ਸਾਰੀ ਬਰਾਦਰੀ ਵੇਖੇਗੀ, ਭਾਈਚਾਰਾ ਵੇਖੇਗਾ। ਵਧੇ ਵਿਆਹ ਉਤਸਾਹ ਕਨੇਰੇ। ਔਰ ਵਿਆਹ ਦਾ ਉਤਸ਼ਾਹ ਹੋਰ ਵੱਧ ਜਾਏਗਾ। ਉਤਸਵ ਜਿਹੜਾ ਉਹ ਜ਼ਿਆਦਾ ਦੁੱਗਣਾ ਚੌਗਣਾ ਹੋ ਜਾਏਗਾ ਜਦੋਂ ਸਾਰਿਆਂ ਰਾਜਿਆਂ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ 1.25 ਲੱਖ ਦਾ ਤੰਬੋਲ ਤੁਸੀਂ ਦਿਓਗੇ। ਇਦਿਆਦਿਕ ਮਿਰਦ ਪਾਕ ਬਖਾਨੇ। ਇਸ ਤਰ੍ਹਾਂ ਰਾਜਾ ਫਤਿਹ ਸ਼ਾਹ ਨੇ ਗੁਰੂ ਜੀ ਸਾਡੇ ਅੱਗੇ ਬੇਨਤੀਆਂ ਕੀਤੀਆਂ। ਸੁਨ ਹਮ ਰਹੇ ਨੀਕ ਕਰ ਜਾਣੇ। ਅਸੀਂ ਉਹਦੀ ਬੇਨਤੀ, ਉਹਦੀ ਗੱਲ ਸੁਣ ਕੇ ਸਮਝਿਆ ਵੀ ਠੀਕ ਕਹਿੰਦਾ। ਆਪਣੇ ਵੱਲੋਂ ਮਰਿਆਦਾ ਤਾਂ ਇਹੀ ਹੈ ਵੀ ਵਿਆਹ ਸ਼ਾਦੀ ਤੇ ਜਾਈਏ, ਜਿੰਨਾ ਚਿਰ ਵਿਆਹ ਸ਼ਾਦੀ ਦਾ ਕੰਮ ਸੰਪੂਰਨ ਨਹੀਂ ਹੁੰਦਾ ਉੱਥੋਂ ਆਉਣਾ ਨਹੀਂ ਚਾਹੀਦਾ। ਇਹ ਮਰਿਆਦਾ ਹੈ। ਅੱਜ ਕੱਲ੍ਹ ਦੇ ਲੋਕਾਂ ਨੂੰ ਪਤਾ ਨਹੀਂ, ਅੱਜ ਕੱਲ੍ਹ ਤਾਂ ਉਹ ਕਾਰਡ ਵੀ ਜਿਹੜਾ ਹੈ ਨਾ ਉਹ ਫੋਨ 'ਚ ਹੀ ਭੇਜ ਦਿੰਦੇ ਨੇ WhatsApp 'ਤੇ, ਅਤੇ ਅਗਲਾ ਵੀ ਫਿਰ ਸ਼ਗਨ WhatsApp 'ਤੇ ਹੀ 500 ਦਾ ਨੋਟ ਛਾਪ ਕੇ ਭੇਜ ਦਿੰਦਾ, ਕਹਿੰਦਾ ਚੰਗਾ ਜਿਹੋ ਜਿਹਾ ਕਾਰਡ ਉਹੋ ਜਿਹਾ ਹੀ ਸ਼ਗਨ, ਉਹਦੇ ਵਿੱਚ ਹੀ ਲੱਡੂ ਜਲੇਬੀਆਂ, ਉਹਦੇ ਵਿੱਚ ਹੀ ਸਾਰਾ ਕੁਝ ਫੋਨ 'ਤੇ ਹੋ ਗਿਆ ਹੁਣ ਤਾਂ। ਪਹਿਲਾਂ ਇਹ ਹੁੰਦਾ ਸੀ ਵੀ ਜਿੰਨਾ ਚਿਰ ਬਰਾਤ ਆਈ ਹੈ, ਜੇ ਮੇਲ ਵਾਲੇ ਆਏ ਨੇ ਨਾ ਲੜਕੀ ਵਾਲੇ ਪਾਸੇ, ਜਿੰਨਾ ਚਿਰ ਬਰਾਤ ਡੋਲੀ ਲੈ ਕੇ ਚਲੀ ਨਹੀਂ ਜਾਂਦੀ ਉਹਨਾਂ ਚਿਰ ਉੱਥੇ ਰਹਿਣਾ। ਅਤੇ ਜਿਹੜੇ ਬਰਾਤ ਨਾਲ ਗਏ ਨੇ ਉਹ ਵੀ ਬਰਾਤ ਦੇ ਨਾਲ ਜਾਣਗੇ। ਪਹਿਲਾਂ ਤਾਂ 5-7 ਦਿਨ ਉਹਨਾਂ ਨੂੰ ਉੱਥੇ ਆਉਂਦਿਆਂ ਲੱਗ ਜਾਂਦੇ ਸੀ ਮੁੰਡੇ ਵਾਲਿਆਂ ਦੇ ਘਰ। ਫਿਰ ਉਹ ਬਰਾਤ ਪਤਾ ਨਹੀਂ ਕਿੰਨੀ ਦੂਰ ਜਾਣੀ ਹੈ, ਜਿੰਨੀ ਦੂਰ ਜਾਣੀ ਉਨਾ ਟਾਈਮ ਲੱਗਣਾ। ਘੱਟੋ ਘੱਟ 3 ਦਿਨ ਕੁੜੀ ਵਾਲਿਆਂ ਦੇ ਘਰ ਰੁਕਣਾ, ਘੱਟੋ ਘੱਟ 3 ਰਾਤਾਂ ਤਾਂ ਰਹਿਣਾ ਹੀ ਰਹਿਣਾ। ਫਿਰ ਵਾਪਸ ਆਉਣਾ, ਫਿਰ 1-2 ਰਾਤਾਂ ਮੁੰਡੇ ਵਾਲਿਆਂ ਦੇ ਘਰ ਰਹਿ ਕੇ ਤੇ ਬਰਾਤੀਆਂ ਨੇ ਫਿਰ ਜਾਣਾ। ਇਹ ਮਰਿਆਦਾ ਸੀ। ਅਤੇ ਹੁਣ ਤਾਂ ਮਿੰਟੋ ਮਿੰਟੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਪੈ ਜਾਂਦੇ ਆ ਉੱਥੋਂ ਹੀ ਸ਼ਗਨ ਫੜਾ ਕੇ। ਸੋ ਉਸ ਵੇਲੇ ਦੀ ਮਰਿਆਦਾ ਸੀ ਵੀ ਜਿੰਨਾ ਚਿਰ ਵਿਆਹ ਕਾਰਜ ਪੂਰਾ ਨਹੀਂ ਨਾ ਹੁੰਦਾ ਉਹਨਾਂ ਚਿਰ ਵਿੱਚੋਂ ਜਾ ਨਹੀਂ ਸੀ ਸਕਦੇ। ਦੀਵਾਨ ਆਨੰਦ ਚੰਦ ਜੀ ਸਤਿਗੁਰੂ ਕਲਗੀਧਰ ਜੀ ਨੂੰ ਦੱਸ ਰਹੇ ਨੇ ਕਿ ਅਸੀਂ ਤਾਂ ਮਹਾਰਾਜ ਉੱਥੋਂ ਨਿਕਲਣਾ ਚਾਹੁੰਦੇ ਸੀ। ਸਾਡੇ ਨਿਕਲਣ ਦਾ ਕਾਰਨ ਇਹ ਸੀ ਵੀ ਉੱਥੇ ਲੜਾਈ ਦਾ ਖਤਰਾ ਸੀ। ਸਾਨੂੰ ਇਹ ਲੱਗਦਾ ਸੀ ਰਾਜਿਆਂ ਨਾਲ ਸਾਡੀ ਅਣਬਣ ਹੋਣੀ ਹੈ, ਕੋਈ ਨਾ ਕੋਈ ਇੱਥੇ ਲੜਾਈ ਹੋ ਜਾਣੀ ਹੈ, ਇਸ ਕਰਕੇ ਆਉਣਾ ਚਾਹੁੰਦੇ ਸੀ। ਪਰ ਰਾਜਾ ਫਤਿਹ ਸ਼ਾਹ ਕਹਿਣ ਲੱਗਾ ਜਿੰਨਾ ਚਿਰ ਮਹਾਰਾਜ ਡੋਲੀ ਨਹੀਂ ਤੁਰਦੀ ਉਹਨਾਂ ਚਿਰ ਤੁਸੀਂ ਨਹੀਂ ਜਾਣਾ। ਜਿੰਨਾ ਚਿਰ ਦਾਨ ਕੰਨਿਆ ਦਾਨ ਦਾਜ ਵਗੈਰਾ ਨਹੀਂ ਦੇ ਲੈਂਦੇ ਤੁਸੀਂ ਨਹੀਂ ਜਾਣਾ। ਇਸ ਕਰਕੇ ਮਹਾਰਾਜ ਅਸੀਂ ਉਹਦੀ ਨੀਤੀ ਯੁਕਤ ਗੱਲ ਸੁਣ ਕੇ ਰੁਕ ਗਏ। ਦਿਵਸ ਕਿਤਕ ਮਹਿ ਆਏ ਬਰਾਤੀ। ਫਿਰ ਮਹਾਰਾਜ ਕੁਝ ਦਿਨਾਂ ਬਾਅਦ ਬਰਾਤੀ ਵੀ ਆ ਗਏ। ਕਰਿਓ ਟਕਾਓ ਖਰਚ ਤਨ ਬਾਤੀ। ਕਹਿੰਦੇ ਉਸ ਵੇਲੇ ਰਾਜਾ ਭੀਮ ਚੰਦ ਆਪਣੇ ਪੁੱਤਰ ਦੇ ਵਿਆਹ ਵਿੱਚ ਬਹੁਤ ਲੇਟ ਪਹੁੰਚਿਆ। ਉਹਦੇ ਪੁੱਤਰ ਦਾ ਵਿਆਹ ਪਹਿਲਾਂ ਹੋ ਚੁੱਕਾ ਸੀ ਤੇ ਆਪ ਦੇਰੀ ਨਾਲ ਆਇਆ। ਤੇ ਜਦੋਂ ਸਾਰਾ ਕੁਝ ਹੋ ਗਿਆ ਨਿਜ ਨਿਜ ਰੀਤ ਕੀਨ ਦਿਸ਼ ਦੋ। ਦੋਹਾਂ ਪਾਸਿਆਂ ਤੋਂ ਰਾਜਿਆਂ ਨੇ ਆਪਣੀ ਆਪਣੀ ਕੁਲ ਰੀਤ ਕੀਤੀ, ਵੈਦਿਕ ਤੇ ਲੌਕਿਕ ਰੀਤ ਸੰਪੂਰਨ ਕੀਤੀ ਹੈ। ਭਏ ਮੁਦਤ ਚਿਤ ਮਹਿ ਸਭ ਕੋ। ਔਰ ਸਾਰੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ। ਵਿਆਹ ਬੜੀ ਖੁਸ਼ੀ ਨਾਲ ਹੋ ਗਿਆ, ਨਿਬੜ ਗਿਆ। ਦਾਇਜ ਦੇਨ ਦਿਵਸ ਜਬ ਆਇਓ। ਜਦੋਂ ਦਾਨ ਦੇਣ ਦਾ ਕੰਨਿਆ ਦਾਜ ਦਾ ਟਾਈਮ ਹੋਇਆ, ਦਾਜ ਵਿਖਾਣ ਦਾ, ਹੁਣ ਤਾਂ ਰਿਵਾਜ ਬਹੁਤ ਬਦਲ ਗਏ ਨੇ ਨਾ। ਪਹਿਲਾਂ ਕੀ ਹੁੰਦਾ ਸੀ, ਕੁੜੀ ਨੂੰ ਦਾਜ ਦਿੰਦੇ ਸੀ ਤੇ ਉਹ ਦਾਜ ਰੱਖ ਕੇ ਵਿਖਾਇਆ ਕਰਦੇ ਸੀ। ਗਰੀਬ ਤੋਂ ਗਰੀਬ ਆਦਮੀ ਵੀ ਦਾਨ ਥੋੜ੍ਹਾ ਬੜਾ ਦਿੰਦਾ ਸੀ, ਉਹ ਵੀ ਦਿਖਾਉਂਦਾ ਸੀ। ਵੱਡੇ ਲੋਕ ਬਹੁਤਾ ਵਿਖਾਵਾ ਕਰਦੇ ਸੀ। ਮਹਾਰਾਜ ਨੇ ਆਪਣੀ ਬਾਣੀ ਵਿੱਚ ਉਹਦਾ ਇੱਦਾਂ ਉਚਾਰਨ ਕੀਤਾ ਹੈ, ਹੋਰ ਮਨਮੁਖ ਦਾਜ ਜੇ ਰੱਖ ਦਿਖਾਲੈ ਸੋ ਕੂੜ ਹੰਕਾਰ ਕੱਚ ਪਾਜੋ। ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ। ਮਹਾਰਾਜ ਕਹਿੰਦੇ ਜਿਹੜੇ ਮਨਮੁਖ ਦਾਜ ਵਿਖਾਉਂਦੇ ਨੇ, ਹੰਕਾਰ ਦਾ ਹੀ ਵਿਖਾਵਾ ਕਰਦੇ ਨੇ। ਅਸਲੀ ਦਾਨ ਤਾਂ ਇਹ ਹੈ ਜਿਹੜਾ ਬੱਚੀ ਨੂੰ ਕਹਿ ਦਿਓ, ਬੱਚੀ ਤੂੰ ਨਾਮ ਜਪੀ, ਸਤਸੰਗ ਕਰੀ, ਕਥਾ ਕੀਰਤਨ ਨਾਲ ਜੁੜੀ ਰਵੀਂ, ਆਪਣੇ ਸਹੁਰੇ ਘਰ ਜਾ ਕੇ ਮਾਪਿਆਂ ਦੀ ਇੱਜ਼ਤ ਬਣਾ ਕੇ ਰੱਖੀ। ਇਹ ਦਾਨ ਦੇਣਾ ਚਾਹੀਦਾ, ਪਰ ਇਹ ਕੋਈ ਕੋਈ ਦਿੰਦਾ ਹੈ। ਸੋ ਖੈਰ ਜਦੋਂ ਦਾਜ ਵਿਖਾਉਣ ਦਾ ਟਾਈਮ ਹੋਇਆ, ਪਠ ਮਾਨਵ ਕੋ ਹਮੇ ਬੁਲਾਇਓ। ਰਾਜੇ ਫਤਿਹ ਸ਼ਾਹ ਨੇ ਆਪਣਾ ਨੌਕਰ ਭੇਜਿਆ
ਕਿ ਦੀਵਾਨ ਆਨੰਦ ਚੰਦ ਤੇ ਪੰਡਿਤ ਦਇਆ ਰਾਮ ਜੀ ਨੂੰ ਕਹੋ ਕਿ 10ਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿੰਨਾ ਦਾਜ ਭੇਜਿਆ ਹੈ ਉਹ ਲੈ ਕੇ ਸਭਾ ਵਿੱਚ ਦਰਸ਼ਨ ਦੇਣ। ਦਿਓ ਆਪ ਕੋ ਹਮ ਲੈ ਗਏ। ਇਹ ਸਤਿਗੁਰੂ ਜੀ ਤੁਹਾਡਾ ਦਿੱਤਾ ਹੋਇਆ ਦਾਨ ਲੈ ਕੇ 1.25 ਲੱਖ ਦਾ ਤੰਬੋਲ ਲੈ ਕੇ ਅਸੀਂ ਜਦੋਂ ਰਾਜੇ ਫਤਿਹ ਸ਼ਾਹ ਦੀ ਕਚਹਿਰੀ 'ਚ ਪਹੁੰਚੇ, ਫਰਸ ਵਿਸਾਲ ਡਾਸ ਤਬ ਦੇ। ਬੜਾ ਵੱਡਾ ਮੰਡਪ ਲੱਗਿਆ ਹੋਇਆ ਸੀ, ਦਾਜ ਮੰਡਪ, ਦਹੇਜ ਮੰਡਪ ਕਹਿੰਦੇ ਉਹਨੂੰ। ਉਹਦੇ ਵਿੱਚ ਸਿਰਫ ਦਾਜ ਹੀ ਰੱਖਿਆ ਹੋਇਆ ਸੀ। ਜੋ ਫਤਿਹ ਸ਼ਾਹ ਨੇ ਆਪ ਆਪਣੀ ਲੜਕੀ ਨੂੰ ਦੇਣਾ ਸੀ ਉਹ ਵੱਖਰਾ, ਜਿਹੜਾ ਬਾਕੀ ਰਾਜਿਆਂ ਨੇ ਦੇਣਾ ਸੀ ਭਾਈਚਾਰੇ ਦਾ, ਨਾਨਕਿਆਂ ਵੱਲੋਂ, ਹੋਰ ਪਰਿਵਾਰਾਂ ਵੱਲੋਂ, ਉਹ ਵੱਖਰਾ। ਅਸੀਂ ਵੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਪ ਜੀ ਦਾ ਦਿੱਤਾ ਹੋਇਆ 1.25 ਲੱਖ ਦਾ ਤੰਬੋਲ ਲੈ ਕੇ ਉੱਥੇ ਗਏ। ਵਸਤ ਅਜਾਇਬ ਜਬ ਦਿਖਰਾਈ। ਜਦੋਂ ਅਸੀਂ ਗੁਰੂ ਘਰ ਦਾ ਦਾਜ ਖਿਲਾਰਿਆ, ਵਿਖਾਇਆ, ਬੜੀਆਂ ਅਜੀਬੋ ਗਰੀਬ ਵਸਤੂਆਂ ਸਨ, ਬੇਸ਼ਕੀਮਤੀ ਚੀਜ਼ਾਂ ਸਨ। ਸੋਨੇ ਦੀਆਂ ਥਾਲੀਆਂ, ਚਾਂਦੀ ਦੀਆਂ ਥਾਲੀਆਂ, ਕੌਲੀਆਂ, ਭਾਂਡੇ ਸੋਨੇ ਦੇ, ਗਹਿਣੇ ਲੜਕੀ ਦੇ ਪਾਉਣ ਵਾਸਤੇ ਬੜੇ ਬੜੇ ਮਹਿੰਗੇ, ਕੱਪੜੇ ਬੜੇ ਅਜੀਬ ਗਰੀਬ ਸੁੰਦਰ, ਤੇ 9-9 ਲੱਖੇ ਹਾਰ ਜਿਵੇਂ ਪਾਉਂਦੇ ਸੀ ਨਾ ਉਸ ਜ਼ਮਾਨੇ ਦੇ ਵਿੱਚ, ਇੱਦਾਂ ਦੇ ਹਾਰ ਸੋਨੇ ਦੇ, ਉਹ ਜਦੋਂ ਅਸੀਂ ਦਿਖਾਏ ਹਨ। ਸਰਬ ਗਿਰੰਦਰਨ ਦ੍ਰਿਸ਼ਟ ਲਗਾਈ। ਤਾਂ ਉਸ ਵੇਲੇ ਜਿੰਨੇ ਵੀ ਰਾਜੇ ਸਨ ਉੱਥੇ, ਉਹ ਸਾਰਿਆਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਉਹ ਸਾਰੇ ਹੋਰ ਪਾਸਿਓਂ ਤੇ ਹਟ ਗਏ ਤੇ ਗੁਰੂ ਮਹਾਰਾਜ ਤੁਹਾਡਾ ਦਿੱਤਾ ਜਿਹੜਾ ਦਾਜ ਸੀ ਉਹਨੂੰ ਹੀ ਵੇਖਣ ਲੱਗ ਪਏ। ਊਚ ਨੀਚ ਤਬ ਲਗੇ ਸਰਾਹਨ। ਜਿੰਨੇ ਵੀ ਉਸ ਕਚਹਿਰੀ ਦੇ ਵਿੱਚ ਸ਼ਾਮਲ ਸਨ, ਊਚ ਨੀਚ, ਵੱਡੇ ਛੋਟੇ, ਸਭ ਕਹਿਣ ਲੱਗੇ ਵੀ ਦਾਜ ਤਾਂ ਆਹ ਹੈ ਜਿਹੜਾ 10ਵੇਂ ਪਾਤਸ਼ਾਹ ਨੇ ਖੁੱਲੇ ਦਿਲ ਨਾਲ ਦਿੱਤਾ ਹੈ। ਹਜ਼ੂਰ ਨੇ ਇੱਕ ਪੰਕਤੀ ਕ੍ਰਿਸ਼ਨ ਅਵਤਾਰ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ। ਮਹਾਰਾਜ ਆਪ ਆਪਣੀ ਬਾਣੀ ਦੇ ਵਿੱਚ ਬੜੀਆਂ ਗੱਲਾਂ ਬਰੀਕ ਛੂੰਹਦੇ ਨੇ। ਕਹਿੰਦੇ ਰੀਝ ਕੇ ਦਾਨ ਦਿਓ ਜਿਨ ਕੋ। ਕਹਿੰਦੇ ਕੈਸਾ ਬਚਨ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹਨੂੰ ਰੀਝ ਕੇ ਦਾਨ ਦਿੰਦਾ ਨਾ, ਕਹਿੰਦੇ ਰੱਬ ਜਦੋਂ ਦਿੰਦਾ ਛੱਪਰ ਪਾੜ ਕੇ ਦਿੰਦਾ। ਪੰਜਾਬੀ ਦੀ ਆਮ ਬੋਲੀ ਕਹਾਵਤ ਹੈ। ਉਹ ਕਹਿੰਦੇ ਰੀਝ ਕੇ ਦਾਨ ਦਿਓ ਜਿਨ ਕੋ, ਜਿਹਨੂੰ ਰੀਝ ਕੇ ਦਿੱਤਾ ਨਾ, ਤਿਨ ਮੰਗਣ ਕੋ ਨਾ ਕਹੂੰ ਮਨ ਕੀਨੋ। ਫਿਰ ਉਹਨੂੰ ਮੰਗਣ ਦੀ ਲੋੜ ਨਹੀਂ ਰਹਿੰਦੀ, ਉਹ ਫਿਰ ਕਿਸੇ ਅੱਗੇ ਹੱਥ ਟੱਟਣ ਜੋਗਾ ਨਹੀਂ ਰਹਿੰਦਾ। ਉਹਦੀਆਂ ਤੇ ਫਿਰ ਕਹਿੰਦੇ ਵੀ 12 ਪੀੜ੍ਹੀਆਂ ਰੱਜ ਜਾਂਦੀਆਂ, ਉਹਦੀਆਂ ਦੇਖੀ ਕੁਲਾਂ ਤਰ ਜਾਂਦੀਆਂ। ਆ ਮੇਰੇ ਸੱਚੇ ਪਾਤਸ਼ਾਹ ਜੀ ਨੇ ਐਸੀਆਂ ਕੀਮਤੀ ਚੀਜ਼ਾਂ ਭੇਜੀਆਂ, ਐਸੇ ਸੋਹਣੇ ਸੋਹਣੇ ਤੋਹਫੇ ਭੇਜੇ, ਐਸੇ ਸੋਨੇ ਦੇ ਗਹਿਣੇ ਤੇ ਸੋਨੇ ਦੀਆਂ ਥਾਲੀਆਂ ਤੇ ਚਾਂਦੀ ਦੇ ਭਾਂਡੇ ਭੇਜੇ, ਜਿਨ੍ਹਾਂ ਨੂੰ ਵੇਖ ਵੇਖ ਕੇ 22 ਧਾਰ ਦੇ ਰਾਜਿਆਂ ਦੀਆਂ ਵੀ ਅੱਖਾਂ ਪਾਟੀਆਂ ਰਹਿ ਗਈਆਂ। ਜਿਹੇ ਸਮ ਨਿਰਪ ਦਾਇਜ ਪੀ ਨਾਹਿਨ। ਕਹਿੰਦੇ ਰਾਜਿਆਂ ਦਾ ਦਾਜ ਵੀ ਜਿਹੜਾ ਸੀ ਨਾ ਉਹਦੇ ਬਰਾਬਰ ਨਹੀਂ ਸੀ। ਫਤਿਹ ਸ਼ਾਹ ਵੀ ਜਿਹੜਾ ਆਪਣੀ ਲੜਕੀ ਨੂੰ ਦੇ ਰਿਹਾ ਸੀ ਨਾ, ਉਹ ਵੀ ਇੰਨਾ ਸੋਹਣਾ ਸਮਾਨ ਨਹੀਂ ਸੀ ਜਿਹੜਾ ਕਲਗੀਧਰ ਪਾਤਸ਼ਾਹ ਨੇ ਉਹਦੀ ਲੜਕੀ ਲਈ ਭੇਜਿਆ ਸੀ। ਭੀਮ ਚੰਦ ਔਰ ਆਨੰਦ ਭਰੇ। ਰਾਜਾ ਭੀਮ ਚੰਦ ਵੀ ਦੇਖ ਰਿਹਾ ਸੀ, ਚੀਜ਼ਾਂ ਵੇਖ ਵੇਖ ਕੇ ਖੁਸ਼ ਹੋ ਰਿਹਾ ਸੀ। ਮਨੁੱਖ ਸਮੀਪੀ ਬੂਝਨ ਕਰੇ। ਫਿਰ ਉਸਨੇ ਆਪਣੇ ਕੋਲ ਬੈਠਿਆਂ ਬੰਦਿਆਂ ਨੂੰ ਪੁੱਛ ਲਿਆ, ਪ੍ਰਥਕ ਦਿਖਾਵੇ ਇਹ ਕਿਸ ਕੀਰਾ। ਉਹ ਰਾਜਾ ਭੀਮ ਚੰਦ ਆਪਣੇ ਨਾਲਦਿਆਂ ਨੂੰ ਪੁੱਛਦਾ, ਆਹ ਜਿਹੜਾ ਸਭ ਤੋਂ ਵੱਖਰਾ ਜਿਹਾ ਸਮਾਨ ਪਿਆ ਹੈ, ਜਿਹੜਾ ਮਹਿੰਗਾ ਜਿਹਾ ਸਮਾਨ ਪਿਆ ਹੈ, ਮਹਿੰਗੇ ਭਾਂਡੇ ਹਨ, ਮਹਿੰਗੇ ਗਹਿਣੇ ਹਨ, ਮਹਿੰਗੇ ਕੱਪੜੇ ਹਨ, ਇਹ ਕਿੱਧਰੋਂ ਆਇਆ ਹੈ? ਜਿਸ ਪਰ ਲਾਗਿਓ ਮੋਲ ਕਨੇਰਾ। ਇਹਦੇ ਤੇ ਲੱਗਦਾ ਪੈਸਾ ਬਹੁਤ ਲੱਗਾ। ਬਾਕੀ ਰਾਜੇ ਵੀ ਦਾਜ ਲੈ ਕੇ ਆਏ ਨੇ, ਪਰ ਆਹ ਬੜਾ ਕੀਮਤੀ ਸਮਾਨ ਹੈ। ਤਬ ਲੋ ਭਾਟ ਪੁਕਾਰ ਸੁਨਾਇਓ। ਅਜੇ ਭੀਮ ਚੰਦ ਪੁੱਛ ਹੀ ਰਿਹਾ ਸੀ ਨਾਲ ਦੇ ਬੰਦੇ ਨੂੰ ਕਿ ਭੱਟ ਨੇ ਉੱਚੀ ਆਵਾਜ਼ ਵਿੱਚ ਸੱਚੇ ਪਾਤਸ਼ਾਹ ਆਪ ਜੀ ਦਾ ਨਾਮ ਬੋਲ ਦਿੱਤਾ। ਇਹ ਤਪੋਲ ਸਤਿਗੁਰੂ ਪਠਾਇਓ। ਭੱਟ ਨੇ ਉੱਚੀ ਹੇਕ ਲਾ ਕੇ ਪੜ੍ਹਿਆ ਕਿ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਗੱਦੀ, ਗੁਰੂ ਰਾਮਦਾਸ ਸਾਹਿਬ ਜੀ ਦੀ ਅੰਸ ਬੰਸ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨੰਦਨ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਆ ਦਾਜ ਭੇਜਿਆ ਹੈ। ਸੁਨ ਖੁਨਸਿਓ ਮਨ ਮੂਰਖ ਮਾਨੀ। ਪਹਿਲਾਂ ਤਾਂ ਖੁਸ਼ ਹੋ ਰਿਹਾ ਸੀ ਸਮਾਨ ਵੇਖ ਕੇ ਭੀਮ ਚੰਦ, ਜਦੋਂ ਤੁਹਾਡਾ ਨਾਂ ਸੁਣਿਆ ਤੇ ਖੁਣ ਸਿਖਾ ਗਿਆ, ਮੂਰਖ ਹੰਕਾਰੀ। ਸਮਦੀ ਸਨ ਕਹਿ ਕਠਨ ਪਖਾਨੀ। ਤੇ ਗੁੱਸੇ 'ਚ ਆ ਕੇ ਲਾਲ ਪੀੜਾ ਹੋ ਕੇ ਆਪਣੇ ਕੁੜਮ ਫਤਿਹ ਸ਼ਾਹ ਨੂੰ ਬੋਲਿਆ, ਦੁਸ਼ਮਨ ਅਧਿਕ ਬਿਗਨ ਜਿਸ ਕੀਓ। ਕਹਿਣ ਲੱਗਾ
ਜਿਹੜੇ ਬੰਦੇ ਨੇ, ਜਿਸ ਗੁਰੂ ਨੇ ਮੇਰੇ ਨਾਲ ਐਡੀ ਦੁਸ਼ਮਣੀ ਕੀਤੀ ਹੈ, ਮੈਨੂੰ ਆਪਣੇ ਪੁੱਤਰ ਦੇ ਵਿਆਹ ਵਿੱਚ ਟਾਈਮ ਸਿਰ ਨਹੀਂ ਪਹੁੰਚਣ ਦਿੱਤਾ, ਮੇਰੀ ਬਰਾਤ ਰੋਕ ਲਈ ਹੈ ਪੌਂਟੇ ਵਿੱਚ। ਇਤ ਐਬੇ ਕੋ ਪੰਥ ਨਾ ਦਿਓ। ਮੈਂ ਇੱਧਰ ਆਉਣਾ ਚਾਹੁੰਦਾ ਸੀ ਆਪਣੇ ਮੁੰਡੇ ਦੀ ਬਰਾਤ ਦੇ ਨਾਲ, ਤੇ ਰਸਤਾ ਨਹੀਂ ਦਿੱਤਾ ਸਾਨੂੰ। ਤਿਸ ਕੇ ਸੰਗ ਸਖਾਪਨ ਠਾਨਾ। ਫਤਿਹ ਸ਼ਾਹ ਮੇਰਾ ਕੁੜਮ ਹੋਵੇ ਤੇ ਗੁਰੂ ਗੋਬਿੰਦ ਸਿੰਘ ਨਾਲ ਦੋਸਤੀ ਰੱਖੇ, ਦੁਸ਼ਮਣ ਨਾਲ ਦੋਸਤੀ। ਮਾਂ ਦੀ ਸੌਕਣ ਧੀ ਦੀ ਸਹੇਲੀ, ਜਾਂ ਧੀ ਦੀ ਸਹੇਲੀ ਮਾਂ ਦੀ ਸੌਕਣ, ਇਦਾਂ ਇਹ ਜਿਹੜੀ ਗੱਲ ਬਣ ਗਈ ਹੈ। ਇਹ ਵੀ ਮੇਰੋ ਸ਼ਤਰ ਮਹਾਨਾ। ਇਹ ਰਾਜਾ ਫਤਿਹ ਸ਼ਾਹ ਵੀ ਮੇਰਾ ਦੁਸ਼ਮਣ ਹੈ, ਜਿਹਨੇ ਮੇਰੇ ਦੁਸ਼ਮਣ ਨੂੰ ਨਿਉਂਦੇ ਤੇ ਸੱਦਿਆ ਹੈ। ਦੋਰਾ ਤਿਆਗ ਚਲੋ ਨਿਜ ਦੇਸ਼। ਗੁੱਸੇ 'ਚ ਆ ਕੇ ਮਹਾਰਾਜ ਰਾਜਾ ਭੀਮ ਚੰਦ ਬੋਲਿਆ, ਮੈਂ ਇਹਦੀ ਲੜਕੀ ਨਹੀਂ ਲੈ ਕੇ ਜਾਣੀ, ਡੋਲਾ ਛੱਡ ਕੇ ਚਲਾ ਜਾਵਾਂਗਾ। ਇਮ ਕਹਿ ਕੀਨਸ ਕੋਪ ਵਿਸ਼ੇਸ਼। ਏਦਾਂ ਕਹਿ ਕੇ ਬੜਾ ਹੀ ਗੁੱਸਾ ਕੀਤਾ ਭੀਮ ਚੰਦ ਨੇ। ਤਬੇ ਕੂਜ ਬਜਵਾਏ ਨਗਾਰਾ। ਰਾਜੇ ਭੀਮ ਚੰਦ ਨੇ ਉੱਥੋਂ ਜਾਣ ਦਾ ਨਗਾਰਾ ਵਜਾਤਾ, ਕੂਚ ਦਾ ਨਗਾਰਾ। ਜਦੋਂ ਕੋਈ ਫੌਜਾਂ ਨੂੰ ਕੂਚ ਦਾ ਨਗਾਰਾ ਸੁਣਾਈ ਦਿੰਦਾ ਨਾ, ਉਸੇ ਵੇਲੇ ਘੋੜਿਆਂ ਤੇ ਕਾਠੀਆਂ ਪਾ ਲੈਂਦੇ। ਦਲਾਂ ਪੰਥਾਂ ਵਿੱਚ ਹੁਣ ਵੀ ਮਰਜ਼ਾਦਾ ਹੈ, ਨਗਾਰਾ ਵੱਖਰਾ ਵੱਖਰਾ ਵੱਜਦਾ। ਆਮ ਲੋਕਾਂ ਨੂੰ ਨਹੀਂ ਪਤਾ ਵੀ ਨਗਾਰਾ ਉਹ ਆਲੇ ਇੱਕੋ ਠੱਪ 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 ਕਰਕੇ ਵਜਾ ਦਿੰਦੇ ਅਸੀਂ। ਨਗਾਰੇ ਦੀਆਂ ਬਹੁਤ ਸਾਰੀਆਂ ਆਵਾਜ਼ਾਂ। ਅੰਮ੍ਰਿਤ ਵੇਲੇ 1 ਵਜੇ ਨਗਾਰਾ ਵੱਜਦਾ, ਉਹਦੀ ਆਵਾਜ਼ ਹੋਰ ਹੁੰਦੀ ਹੈ। ਜਦੋਂ ਆਸਾ ਜੀ ਦੀ ਵਾਰ ਦਾ ਭੋਗ ਪੈਂਦਾ ਉਦੋਂ ਹੋਰ ਹੁੰਦੀ ਹੈ। ਜਦੋਂ ਲੰਗਰ ਦਾ ਨਗਾਰਾ ਵੱਜਦਾ ਉਦੋਂ ਹੋਰ ਹੁੰਦੀ ਹੈ। ਜਦੋਂ ਦੇਗਾਂ ਦਾ ਨਗਾਰਾ ਵੱਜਦਾ ਉਦੋਂ ਚੋਭਾਂ ਹੋਰ ਹੁੰਦੀਆਂ ਨੇ। ਤੇ ਜਦੋਂ ਕੂਚ ਦਾ ਨਗਾਰਾ ਵੱਜਦਾ ਉਹਦੀਆਂ ਚੋਭਾਂ ਹੋਰ ਹੁੰਦੀਆਂ ਨੇ। ਉਹਦਾ ਮਤਲਬ ਹੁੰਦਾ ਵੀ ਹੁਣ ਸਾਰੀ ਫੌਜ ਨੂੰ ਪਤਾ ਲੱਗ ਜਾਂਦਾ ਵੀ ਹੁਣ ਚਾਲੇ ਦਾ ਨਗਾਰਾ। ਤੋਂ ਭੀਮ ਚੰਦ ਦੀ ਫੌਜ ਦੇ ਵਿੱਚ ਵੀ ਚਾਲੇ ਦਾ ਨਗਾਰਾ ਵੱਜ ਗਿਆ ਤੇ ਉਹਦੀਆਂ ਫੌਜਾਂ ਘੋੜਿਆਂ ਤੇ ਕਾਠੀਆਂ ਪਾਉਣ ਲੱਗ ਪਈਆਂ। ਫਤਿਹ ਸ਼ਾਹ ਸੁਨ ਕਰ ਡਰ ਧਾਰਾ। ਜਦੋਂ ਇਸ ਗੱਲ ਦਾ ਪਤਾ ਰਾਜੇ ਫਤਿਹ ਸ਼ਾਹ ਨੂੰ ਲੱਗਾ ਵੀ ਮੇਰਾ ਕੁੜਮ ਰੁੱਸ ਕੇ ਚੱਲਿਆ ਹੈ, ਦੀਨ ਬਾਗ ਤੇ ਕਹਿ ਸਨਮਾਨਾ। ਉਹਨੇ ਰਾਜੇ ਫਤਿਹ ਸ਼ਾਹ ਨੇ ਬੜੀ ਨਿਮਰਤਾ ਨਾਲ, ਬੜੀ ਦੀਨਤਾ ਨਾਲ ਭੀਮ ਚੰਦ ਦੇ ਹੱਥ ਜੋੜੇ। ਭੀਮ ਚੰਦ ਤਬ ਤਾਹੇ ਬਖਾਨਾ। ਅੱਗੋਂ ਰਾਜਾ ਭੀਮ ਚੰਦ ਬੋਲਿਆ, ਜੇ ਸਤਿਗੁਰ ਕੇ ਸੰਗ ਲਰੇ ਹੋ। ਦੇਖ ਫਤਿਹ ਸ਼ਾਹ, ਤੂੰ ਮੇਰੇ ਦੁਸ਼ਮਣ ਨੂੰ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਮਿੱਤਰ ਬਣਾਇਆ ਹੋਇਆ, ਇਸ ਕਰਕੇ ਮੈਂ ਤੇਰੀ ਲੜਕੀ ਛੱਡ ਕੇ ਚੱਲਿਆ। ਜੇ ਤੂੰ ਮੇਰਾ ਕੁੜਮ ਹੈ, ਮੇਰੇ ਨਾਲ ਆਪਣੀ ਬੇਟੀ ਤੋਰਨੀ ਹੈ ਔਰ ਮੇਰੇ ਨਾਲ ਰਿਸ਼ਤੇਦਾਰੀ ਰੱਖਣੀ ਹੈ, ਤਾਂ ਫਿਰ ਅੱਗੇ ਹੋ ਕੇ, ਮੋਹਰੇ ਹੋ ਕੇ ਤੂੰ ਗੁਰੂ ਨਾਲ ਲੜੇਗਾ। ਜੇ ਤੂੰ ਗੁਰੂ ਨਾਲ ਲੜਨ ਲਈ ਤਿਆਰ ਹੈ ਤਾਂ ਫਿਰ ਮੇਰੀ ਤੇਰੀ ਰਿਸ਼ਤੇਦਾਰੀ ਨਿਭ ਜਾਏਗੀ। ਸੁਪਟਨ ਛੀਨ ਸ਼ਸਤਰ ਅਸਲੈ ਹੋ। ਫਿਰ ਸਭ ਤੋਂ ਪਹਿਲਾਂ ਇਹ ਕੰਮ ਕਰ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਨੇ 500 ਸਿੱਖ ਭੇਜੇ ਨੇ, ਉਹਨਾਂ ਦੇ ਘੋੜੇ ਖੋਹ ਲੈ, ਉਹਨਾਂ ਦੇ ਸ਼ਸਤਰ ਖੋਹ ਲੈ, ਸਿੱਖਾਂ ਨੂੰ ਨੰਗੇ ਪੈਰੀ ਦੌੜਾ ਦੇ ਜਾਂ ਮਾਰ ਕੇ ਨਦੀ 'ਚ ਰੋੜ ਦੇ। ਤੋਰਸ ਰਹਿ ਤੋਰ ਅਰ ਮੋਰਾ। ਜੇ ਤੂੰ ਸਿੱਖਾਂ ਦੇ ਘੋੜੇ ਖੋਹ ਲਵੇਂ, ਸਿੱਖਾਂ ਦੇ ਸ਼ਸਤਰ ਖੋਹ ਲਵੇਂ, ਤਾਂ ਤੇਰੀ ਮੇਰੀ ਰਿਸ਼ਤੇਦਾਰੀ ਨਿਭੇਗੀ। ਨਤ ਮੈਂ ਛੋਰ ਚਲੋ ਇਤ ਡੋਰਾ। ਨਹੀਂ ਤਾਂ ਫਤਿਹ ਸ਼ਾਹ ਤੇਰੀ ਲੜਕੀ ਤੇਰੇ ਘਰ ਰਹੇਗੀ ਤੇ ਮੈਂ ਆਪਣਾ ਮੁੰਡਾ ਲੈ ਕੇ ਵਾਪਸ ਚਲਾ ਜਾਵਾਂਗਾ। ਤਿਨ ਕੇ ਕਹੇ ਦੀਨ ਹੋਏ ਮਾਨੀ। ਸੋ ਸਾਧ ਸੰਗਤ ਜੀ, ਇਹ ਗੱਲ ਦੀਵਾਨ ਆਨੰਦ ਚੰਦ ਗੁਰੂ ਸਾਹਿਬ ਨੂੰ ਆ ਕੇ ਦੱਸ ਰਿਹਾ, ਸੁਣਾ ਰਿਹਾ ਉੱਥੇ ਜੋ ਕੁਝ ਬੀਤਿਆ। ਕਿਉਂਕਿ ਮਹਾਰਾਜ ਨੇ ਪੁੱਛਿਆ, ਦੀਵਾਨ ਜੀ ਸੁਣਾਓ ਉੱਥੇ ਸ੍ਰੀਨਗਰ 'ਚ ਕੀ ਕੁਝ ਹੋਇਆ। ਤਾਂ ਉਹ ਕਹਿ ਰਿਹਾ, ਮਹਾਰਾਜ ਜਦੋਂ ਇਸ ਤਰ੍ਹਾਂ ਭੀਮ ਚੰਦ ਨੇ ਰਾਜੇ ਫਤਿਹ ਸ਼ਾਹ ਨੂੰ ਕਿਹਾ, ਕਾਹੇ ਲੂਰਪਤ ਜਥਾ ਬਖਾਨੀ। ਜਿਹੜਾ ਕਹਿਲੂਰ ਦਾ ਰਾਜਾ ਭੀਮ ਚੰਦ ਬੋਲ ਰਿਹਾ ਸੀ, ਉਹਦੀਆਂ ਗੱਲਾਂ ਰਾਜਾ ਫਤਿਹ ਸ਼ਾਹ ਨੂੰ ਮੰਨਣੀਆਂ ਪਈਆਂ। ਇਮ ਗਿਨ ਫਤਿਹ ਸ਼ਾਹ ਜਬ ਆਇਓ। ਇਹ ਸਲਾਹ ਕਰਕੇ ਜਦੋਂ ਰਾਜਾ ਫਤਿਹ ਸ਼ਾਹ ਆਇਆ, ਹਮ ਦੇਸ਼ ਮੁਖ ਰੁਖ ਅਪਰ ਬਨਾਇਓ। ਪਹਿਲਾਂ ਤੇ ਸਾਡੇ ਨਾਲ ਬੜਾ ਪ੍ਰੇਮ ਨਾਲ ਬੋਲਦਾ ਸੀ, ਸਾਡੇ ਅੱਗੇ ਪਲਕਾਂ ਵਿਛਾਉਂਦਾ ਸੀ, ਪਰ ਰਾਜੇ ਭੀਮ ਚੰਦ ਨੇ ਐਸੀ ਚਾਬੀ ਘੁਮਾਈ ਕਿ ਫਤਿਹ ਸ਼ਾਹ ਸਾਨੂੰ ਫਤਿਹ ਬੁਲਾਣੋਂ ਵੀ ਹਟ ਗਿਆ। ਆਇਆ, ਅਸੀਂ ਦੇਖ ਲਿਆ ਵੀ ਉਹਦੇ ਚਿਹਰੇ ਦਾ ਰੰਗ ਉੱਡਿਆ ਹੋਇਆ, ਉਹਦੇ ਚਿਹਰੇ ਤੇ ਹਾਵ ਭਾਵ ਬਦਲੇ ਹੋਏ ਨੇ। ਅਸੀਂ ਰਾਜੇ ਭੀਮ ਚੰਦ ਦੀ ਤੇ ਫਤਿਹ ਸ਼ਾਹ ਦੀ ਘੁਸਰ ਮੁਸਰ ਵੀ ਦੂਰੋਂ ਦੇਖ ਲਈ ਵੀ ਹੋ ਰਹੀ ਹੈ, ਅੱਖਾਂ ਬਦਲ ਗਈਆਂ ਨੇ, ਲੜਾਈ ਦਾ ਮਾਹੌਲ ਹੈ।
ਮੈਂ ਤੇ ਪੰਡਤ ਜੀ ਨੇ ਸਲਾਹ ਕੀਤੀ, ਕਿਰਪਾ ਅਬ ਕੀ ਤੇ ਹਮ ਜਾਨਾ। ਮਹਾਰਾਜ ਤੁਹਾਡੀ ਕਿਰਪਾ ਨਾਲ ਸਾਨੂੰ ਸਮਝ ਆ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਅੱਜ ਦੇ ਸਿੱਖਾਂ ਦਾ ਤੇ ਉਸ ਸਮੇਂ ਦੇ ਸਿੱਖਾਂ ਦਾ ਇਹੀ ਫਰਕ ਹੈ, ਆਪਣੀ ਮੱਤ ਦਾ, ਆਪਣੀ ਤਾਕਤ ਦਾ ਵਿਖਾਵਾ ਨਹੀਂ ਸੀ ਕਰਦੇ, ਨਾ ਆਪਣੇ ਸਰੀਰਕ ਤਾਕਤ ਦਾ ਤੇ ਨਾ ਆਪਣੀ ਬੁੱਧੀ ਦੀ ਤਾਕਤ ਦਾ। ਉਹ ਕਹਿੰਦੇ ਸੀ ਬੁੱਧੀ ਵੀ ਗੁਰੂ ਸਾਹਿਬ ਤੁਹਾਡੀ, ਬਲ ਵੀ ਗੁਰੂ ਸਾਹਿਬ ਤੁਹਾਡਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਡੀ ਕਿਰਪਾ ਨਾਲ ਸੱਚੇ ਪਾਤਸ਼ਾਹ ਅਸੀਂ ਜਾਣ ਲਿਆ, ਭਇਓ ਬੇਮੁਖ ਰਿਪ ਕੋ ਬਚਮਾਨਾ। ਅਸੀਂ ਜਾਣ ਗਏ ਵੀ ਰਾਜਾ ਫਤਿਹ ਸ਼ਾਹ ਬੇਮੁਖ ਹੋ ਗਿਆ, ਆਪਣੇ ਕੁੜਮ ਦੀ ਗੱਲ ਮੰਨ ਕੇ, ਗੁਰੂ ਘਰ ਦੇ ਦੁਸ਼ਮਣ ਭੀਮ ਚੰਦ ਦੀ ਗੱਲ ਮੰਨ ਕੇ ਗੁਰੂ ਘਰ ਤੋਂ ਵਿਰੋਧੀ ਹੋ ਗਿਆ ਹੈ। ਚਹਿਓ ਨਾ ਦੀਨ ਦਾਜ ਕੋ ਤਬੈ। ਫਿਰ ਸਤਿਗੁਰੂ ਜੀ ਅਸੀਂ ਸੋਚਿਆ ਵੀ ਜਿਹੜੇ ਦੁਸ਼ਮਣ ਹੀ ਬਣ ਗਏ ਨੇ, ਜਿਹੜੇ ਸਾਡੀ ਜਾਨ ਦੇ ਵੈਰੀ ਬਣ ਗਏ ਨੇ, ਇਹਨਾਂ ਦੇ ਨਾਲ ਨਿਉਂਦਾ ਭਾਜੀ ਕਾਹਦੀ, ਇਹਨਾਂ ਨੂੰ 1.25 ਲੱਖ ਦਾ ਤੰਬੋਲ ਕਿਉਂ ਦਈਏ। ਅਸੀਂ ਉਹ ਸਾਰਾ ਹੀ ਦਾਜ ਦਾ ਸਮਾਨ ਜਿਹੜਾ ਆਪ ਜੀ ਨੇ ਭੇਜਿਆ ਸੀ ਵਾਪਸ ਚੁੱਕ ਲਿਆ। ਕਰਿਓ ਸਕੇਲਨ ਤੂਰਨ ਤਬੈ। ਅਸੀਂ ਬੜੀ ਫੁਰਤੀ ਨਾਲ ਸਮਾਨ ਇਕੱਠਾ ਕਰਕੇ ਲੱਦ ਲਿਆ, ਨਿਜ ਸੁਪਤਨ ਸਵਧਾਨ ਬਣਾਏ। ਔਰ ਆਪਣੀ ਫੌਜ ਦੇ ਜਿੰਨੇ ਯੋਧੇ ਸੀ ਅਸੀਂ ਸਾਰਿਆਂ ਨੂੰ ਕਿਹਾ ਵੀ ਸਾਵਧਾਨ ਹੋ ਜਾਣਾ, ਆਪਾਂ ਹੁਣ ਪੌਂਟੇ ਸਾਹਿਬ ਪਹੁੰਚਣਾ ਛੇਤੀ ਤੋਂ ਛੇਤੀ। ਸਿਵਰ ਆਪਨੇ ਤਤ ਛਿਨ ਆਏ। ਅਸੀਂ ਫਟਾਫਟ ਉਹਨਾਂ ਦੀ ਕਚਹਿਰੀ ਚੋਂ ਸਮਾਨ ਚੁੱਕ ਕੇ ਪਹਿਲਾਂ ਆਪਣੇ ਡੇਰੇ ਵਿੱਚ ਆਏ। ਜੀਨ ਤੁਰੰਗਮ ਡਾਰ ਉਤਾਲੇ। ਔਰ ਅੱਖ ਦੀ ਫੁਰਤੀ ਦੇ ਨਾਲ ਬੜੀ ਛੇਤੀ ਦੇ ਨਾਲ ਘੋੜਿਆਂ ਤੇ ਕਾਠੀਆਂ ਪਾ ਲਈਆਂ, ਭਏ ਤਿਆਰ ਹਥਿਆਰ ਸੰਭਾਲੇ। ਔਰ ਅਸੀਂ ਆਪਣੇ ਘੋੜੇ ਕੱਸ ਲਏ, ਸ਼ਸਤਰ ਸੰਭਾਲ ਲਏ। ਤਬ ਇੱਕ ਨਰ ਤੂਰਨ ਹੀ ਆਵਾ। ਐਨੇ ਨੂੰ ਇੱਕ ਬੰਦਾ ਬੜੀ ਛੇਤੀ ਨਾਲ ਆਇਆ, ਮੰਤਰ ਗਰੇਸ਼ਨ ਕੀਨ ਬਤਾਵਾ। ਕਹਿੰਦੇ ਉਸ ਬੰਦੇ ਨੇ ਸਾਨੂੰ ਦੱਸਿਆ ਵੀ ਰਾਜਿਆਂ ਨੇ ਤੁਹਾਡਾ ਰਾਹ ਰੋਕਣ ਦੀਆਂ ਤਿਆਰੀਆਂ ਕਰ ਲਈਆਂ ਨੇ। ਕਿਉਂ ਤੁਮ ਬਿਲ ਮੇ ਕਰੋ ਪਿਆਨਾ। ਉਸ ਬੰਦੇ ਨੇ ਸਾਨੂੰ ਦੱਸਿਆ ਵੀ ਤੁਸੀਂ ਦੇਰੀ ਨਾ ਕਰੋ, ਇੱਕ ਮਿੰਟ ਤੁਹਾਡੇ ਲਈ ਕੀਮਤੀ ਹੈ, ਆਪਣੀਆਂ ਜਾਨਾਂ ਲੈ ਕੇ ਇੱਥੋਂ ਨਿਕਲ ਜਾਓ, ਨਤ ਘਾਟਾ ਰੋਕਨ ਕਉ ਠਾਨਾ। ਨਹੀਂ ਤਾਂ ਤੁਹਾਡਾ ਜਿਹੜਾ ਪੌਂਟੇ ਸਾਹਿਬ ਵਾਲੇ ਪਾਸੇ ਰਸਤਾ ਜਾਣਾ ਉਹਦੇ ਵਿੱਚ ਇੱਕ ਬੜਾ ਖਤਰਨਾਕ ਘਾਟਾ ਹੈ, ਉਸ ਘਾਟੇ ਦੇ ਤੁਹਾਨੂੰ ਰੋਕ ਕੇ ਤੁਹਾਡੇ ਕੋਲੋਂ ਘੋੜੇ ਖੋਹ ਲੈਣੇ ਨੇ, ਤੁਹਾਡੇ ਸ਼ਸਤਰ ਖੋਹ ਲੈਣੇ ਨੇ, ਹੋ ਸਕਦਾ ਤੁਹਾਨੂੰ ਜਾਨੋਂ ਵੀ ਮਾਰ ਕੇ ਨਦੀ ਚ ਰੋੜ ਦੇਣ। ਸਭ ਰਾਜਨ ਕੀ ਸੈਨਾ ਤਿਆਰੀ। ਸਾਰੀ 22 ਧਾਰ ਦੇ ਰਾਜਿਆਂ ਦੀ ਫੌਜ ਤਿਆਰ ਹੋ ਗਈ ਹੈ ਤੁਹਾਨੂੰ 500 ਸਿੱਖਾਂ ਨੂੰ ਲੁੱਟਣ ਖੋਹਣ ਵਾਸਤੇ। ਕਰਿਓ ਚਾਹੇ ਸਭ ਲੂਟ ਤੁਮਾਰੀ। ਇਹ ਸਾਰੇ ਤੁਹਾਨੂੰ ਲੁੱਟਣਾ ਚਾਹੁੰਦੇ ਨੇ। ਹੈ ਹਥਿਆਰ ਜਾਨ ਨਹਿਦਾ ਹੈ। ਨਾ ਦਾ ਤੁਹਾਡਾ ਕੋਈ ਘੋੜਾ ਜਾਣ ਦੇਣਾ ਪੌਂਟੇ ਸਾਹਿਬ ਇਹਨਾਂ ਨੇ, ਤੇ ਨਾ ਕੋਈ ਸ਼ਸਤਰ ਜਾਣ ਦੇਣਾ ਹੈ। ਰੁਕ ਜਾ ਹੈ ਕੁਛ ਬਸ ਨਾ ਬਸਾ ਹੈ। ਜੇ ਕਿਤੇ ਉਹ ਘਾਟਾ ਪਹਾੜੀਆਂ ਨੇ ਰੋਕ ਲਿਆ ਫਿਰ ਤੁਹਾਡਾ ਕੋਈ ਵਸ ਨਹੀਂ ਚੱਲੇਗਾ। ਕੇਤਕ ਪਠ ਦੀਨੇ ਤਹਿਬੀਰ। ਤੇ ਮਹਾਰਾਜ ਉਹਨਾਂ ਨੇ ਛੇਤੀ ਕੁਝ ਬੰਦੇ ਉਸ ਘਾਟੇ ਤੇ ਭੇਜ ਵੀ ਦਿੱਤੇ ਸਨ। ਚੜ੍ਹੋ ਤੁਰਤ ਅਬ ਪਾਏ ਬਹੀਰ। ਤੇ ਮਹਾਰਾਜ ਸਾਨੂੰ ਪਤਾ ਲੱਗਾ ਵੀ ਇਹ ਰਸਤਾ ਤੁਹਾਡਾ ਰੁਕ ਚੱਲਿਆ, ਛੇਤੀ ਕਰੋ, ਜਿੰਨਾ ਛੇਤੀ ਹੋ ਸਕਦਾ ਘਾਟਿਓਂ ਪਾਰ ਲੰਘ ਜਾਓ। ਹਮ ਚਿੰਤਾ ਤੁਰ ਅਤਸ਼ੈ ਭਏ। हे ਗੁਰੂ ਜੀ, ਸਾਨੂੰ ਬੜੀ ਚਿੰਤਾ ਹੋਈ, ਅਸੀਂ ਚਾਰੇ ਪਾਸਿਓਂ ਘਿਰ ਗਏ ਸੀ। ਸਾਧ ਸੰਗਤ ਜੀ, ਮੇਰਾ ਖਿਆਲ ਹੈ ਜਿਨ੍ਹਾਂ ਨੇ ਹੇਮਕੁੰਟ ਸਾਹਿਬ ਦੀ ਯਾਤਰਾ ਕੀਤੀ ਹੈ ਉਹਨਾਂ ਨੂੰ ਉਸ ਲੋਕੇਸ਼ਨ ਦਾ ਪਤਾ ਹੈ। ਸ੍ਰੀਨਗਰ ਦਾ ਉਹ ਪਹਾੜੀ ਇਲਾਕਾ ਹੈ ਵੀ ਆਪਣੇ ਵਰਗੇ ਪੰਜਾਬੀਆਂ ਨੂੰ ਤਾਂ ਮਸੀਂ ਚਲੋ ਹੇਮਕੁੰਟ ਸਾਹਿਬ ਪਹੁੰਚ ਜਾਈਏ ਗੱਡੀਆਂ ਕਾਰਾਂ 'ਚ, ਉਹਦੇ ਵਿੱਚ ਵੀ ਬੜੀ ਥਕਾਵਟ ਤੇ ਬੜੀਆਂ ਕਠਿਨਾਈਆਂ ਹੁੰਦੀਆਂ ਰਸਤੇ ਵਿੱਚ। ਆਲੇ ਦੁਆਲੇ ਕੀ ਆ ਕੀ ਪਤਾ, ਜਿਹੜਾ ਬੰਦਾ ਉੱਧਰ ਗਿਆ ਹੀ ਨਹੀਂ, ਪਹਾੜੀ ਰਸਤਿਆਂ ਦਾ ਕਿੱਥੋਂ ਨਿਕਲਣਾ ਕਿੱਥੋਂ ਨਹੀਂ, ਉਹ ਉੱਧਰ ਦੇ ਭੇਤੀ ਹਨ। ਪਿੰਡ ਵੀ ਉਹਨਾਂ ਦੇ, ਸ਼ਹਿਰ ਵੀ ਉਹਨਾਂ ਦੇ, ਦੁਨੀਆ ਸਾਰੀ ਉਹਨਾਂ ਦੀ ਪਹਾੜੀਆਂ ਦੀ। ਜੇ ਉਹ ਕਿਤੇ ਬੰਦੇ ਨੂੰ ਰੋਕ ਲੈਣ ਉੱਥੋਂ ਨਿਕਲਣਾ ਬੜਾ ਮੁਸ਼ਕਲ ਹੈ। ਸੋ ਐਸੀ ਜਗ੍ਹਾ ਤੇ ਗੁਰੂ ਜੀ ਅਸੀਂ ਘਿਰ ਗਏ, ਸਾਨੂੰ ਚਾਰੇ ਪਾਸੇ ਮੌਤ ਦਿਖਾਈ ਦਿੰਦੀ ਸੀ। ਬਾਗ ਤੁਮਾਰੇ ਸਿਮਰਨ ਕਿਉ। ਅਸੀਂ ਚਿੰਤਾ 'ਚ ਪੈ ਗਏ, ਪਰ ਸਾਨੂੰ ਫਿਰ ਤੁਹਾਡੇ ਉਹ ਬਚਨ ਯਾਦ ਆ ਗਏ। ਜਦੋਂ ਅਸੀਂ ਚੱਲੇ ਸੀ ਪੌਂਟੇ ਤੋਂ ਤੇ ਕਲਗੀਧਰ ਪਾਤਸ਼ਾਹ ਆਪ ਜੀ ਨੇ ਕਿਹਾ ਸੀ ਜੇ ਔਖਾ ਸਮਾਂ ਬਣ ਜੇ ਤੇ ਅਰਦਾਸ ਕਰਿਆ ਜੇ।
ਆਪ ਜੀ ਦੇ ਬਚਨ ਚੇਤੇ ਕਰਕੇ ਤੁਰਤ ਅਰੋਹੇ ਹੋਏ ਕਰ ਚਾਲੇ। ਉਸੇ ਵੇਲੇ ਤਿਆਰ ਬਰ ਤਿਆਰ ਹੋ ਕੇ ਘੋੜਿਆਂ ਤੇ ਸਵਾਰ ਹੋ ਕੇ ਅਸੀਂ ਚਾਲੇ ਪਾਤੇ। ਪਿਖੇ ਪਹਾੜੀ ਆਵਤ ਜਾਲੇ। ਅਸੀਂ ਵੇਖਿਆ ਹਜ਼ਾਰਾਂ ਪਹਾੜੀਏ ਬੰਦੂਕਾਂ ਲੈ ਕੇ ਘੋੜੇ ਲੈ ਕੇ ਪਿੱਛੇ ਤੁਰੇ ਆ ਰਹੇ ਸਨ। ਹੈਨ ਧਵਾਏ ਪੰਥ ਤਿਸ ਆਏ। ਬੜੇ ਘੋੜੇ ਦੌੜਾਈ ਆਉਂਦੇ ਸਨ ਸਾਨੂੰ ਰੋਕਣ ਤੇ ਲੁੱਟਣ ਖੋਹਣ ਵਾਸਤੇ। ਅਲਪ ਦੇਖ ਹਮ ਤੁਪਕ ਚਲਾਏ। ਜਿਹੜੇ ਸਾਹਮਣੇ ਸਨ ਉਹ ਥੋੜੇ ਹੀ ਸਨ, ਅਸੀਂ ਉਹਨਾਂ ਨੂੰ ਵੇਖ ਕੇ ਗੋਲੀਆਂ ਚਲਾ ਦਿੱਤੀਆਂ। ਜਬੈ ਸ਼ਲਕ ਕੋ ਸ਼ਬਦ ਉਠਾਵਾ। ਜਦੋਂ ਅਸੀਂ ਗੋਲੀਆਂ ਦੋਵਾਂ ਪਾਸਿਆਂ ਦੇ ਪਿੱਛੇ ਪੰਡਤ ਦਇਆ ਰਾਮ ਜੀ ਸਨ ਤੇ ਅਗਲੇ ਪਾਸੇ ਦੀਵਾਨ ਕਹਿੰਦਾ ਮੈਂ ਸੀ। ਥਲ ਥਲ ਮੈਂ ਦਲ ਅਟਕ ਰਹਾਵਾ। ਅਸੀਂ ਦੋਵਾਂ ਥਾਵਾਂ ਤੇ ਦੁਸ਼ਮਣ ਦੀ ਫੌਜ ਨੂੰ ਰੋਕ ਲਿਆ। ਪਿਛਲੇ ਪਾਸੇ ਵਾਲੇ ਪਿਛਾਂਹ ਰੁਕ ਕੇ ਗੋਲੀਆਂ ਤੋਂ ਡਰਦੇ ਮਾਰੇ ਤੇ ਜਿਹੜੇ ਅੱਗੇ ਸਨ ਪਹਾੜੀਏ ਉਹਨਾਂ ਨੂੰ ਵੀ ਅਸੀਂ ਠਾ ਠਾ ਬਹੁਤ ਗੋਲੀਆਂ ਚਲਾ ਕੇ ਡਰਾ ਦਿੱਤਾ। ਆਗੇ ਅਰੇ ਕੁਛਕ ਜੇ ਵੀਰ। ਜਿਹੜੇ ਕੁਝ ਸੂਰਮੇ ਸਾਡਾ ਰਾਹ ਰੋਕ ਕੇ ਖੜੇ ਸਨ ਪਹਾੜੀਏ। ਦਿਨ ਪਰ ਤਿਆਗੇ ਤੁਪਕ ਰੋ ਤੀਰ। ਅਸੀਂ ਉਹਨਾਂ ਦੇ ਤੀਰਾਂ ਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ। ਕੇਤਕ ਮਰੇ ਘਾਇਲ ਕੋ ਭਏ। ਉਹਨਾਂ ਵਿੱਚੋਂ ਕਈ ਪਹਾੜੀਏ ਸਾਡੀਆਂ ਗੋਲੀਆਂ ਨਾਲ ਮਾਰੇ ਗਏ ਤੇ ਕਈ ਜ਼ਖਮੀ ਹੋ ਗਏ। ਹਮਰੋ ਆਗਾ ਤਜ ਕਰ ਗਏ। ਫਿਰ ਉਹ ਸਾਡਾ ਰਾਹ ਛੱਡ ਕੇ ਅੱਗੋਂ ਹਟ ਗਏ। ਫਤਿਹ ਪਾਏ ਗੁਰ ਬਨੇ ਸਹਾਈ। ਇਹ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸਾਡੀ ਸਹਾਇਤਾ ਕੀਤੀ। ਅਸੀਂ ਫਤਿਹ ਪਾ ਕੇ ਮਹਾਰਾਜ ਉਹ ਘਾਟਾ ਫਤਿਹ ਕਰਕੇ ਲੰਘ ਆਏ। ਇਸ ਬਿਦ ਪਹੁੰਚੇ ਆਨ ਇਥਾਈ। ਇਸ ਤਰ੍ਹਾਂ ਸਤਿਗੁਰੂ ਜੀ ਅਸੀਂ ਇੱਥੇ ਪਹੁੰਚੇ ਹਾਂ। ਆਪ ਜੀ ਨੇ ਪੁੱਛਿਆ ਨਾ ਵੀ ਸੁਣਾਓ ਸ੍ਰੀਨਗਰ 'ਚ ਕੀ ਹੋਇਆ। ਜੋ ਸ੍ਰੀਨਗਰ 'ਚ ਹੋਇਆ ਮਹਾਰਾਜ ਉਹ ਅਸੀਂ ਤੁਹਾਨੂੰ ਦੱਸ ਦਿੱਤਾ ਹੈ। ਸਕਲ ਭੇਦ ਹਮ ਸੁਨ ਕਰ ਆਏ। ਤੇ ਮਹਾਰਾਜ ਉੱਥੋਂ ਦਾ ਸਾਰਾ ਭੇਦ ਸੁਣ ਕੇ ਆਏ ਆ। ਸਾਰੀ ਗੱਲ ਦਾ ਪਤਾ ਹੈ ਸਾਨੂੰ। ਮੰਤਰ ਕੀਨ ਸਭ ਮਿਲ ਗਿਰ ਰਾਏ। ਸਾਨੂੰ ਇਹ ਪਤਾ ਵੀ ਪਿੱਛੇ 22 ਧਾਰ ਦੇ ਰਾਜੇ ਇਕੱਠੇ ਹੋਏ ਨੇ ਸ੍ਰੀਨਗਰ 'ਚ ਤੇ ਬੜੀ ਵੱਡੀ ਮੀਟਿੰਗ ਉਹਨਾਂ ਨੇ ਕੀਤੀ ਹੈ। ਫਤਿਹ ਸ਼ਾਹ ਸੋ ਤਬ ਠਹਿਰਾਈ। ਤੇ ਸਾਰਿਆਂ ਰਾਜਿਆਂ ਨੇ ਰਾਜੇ ਫਤਿਹ ਸ਼ਾਹ ਨੂੰ ਅੱਗੇ ਲਾਇਆ। ਫਤਿਹ ਸ਼ਾਹ ਦੇ ਮੋਢਿਆਂ ਦੇ ਸਾਰਾ ਭਾਰ ਪਾਇਆ ਹੈ। ਜਾਏ ਪ੍ਰਥਮ ਤੂੰ ਪਾਏ ਲੜਾਈ। ਰਾਜੇ ਫਤਿਹ ਸ਼ਾਹ ਨੂੰ ਕਿਹਾ ਭੀਮ ਚੰਦ ਨੇ ਵੀ ਜੇ ਤੂੰ ਮੇਰਾ ਕੁੜਮ ਹੈ, ਜੇ ਤੂੰ ਮੇਰੇ ਨਾਲ ਰਿਸ਼ਤੇਦਾਰੀ ਰੱਖਣੀ ਹੈ, ਅੱਗੇ ਹੋ ਕੇ ਤੂੰ ਗੁਰੂ ਨਾਲ ਲੜਾਈ ਮਚਾਏਗਾ। ਅਸੀਂ ਤੇਰੇ ਨਾਲ ਹੋ ਕੇ ਗੁਰੂ ਨਾਲ ਲੜਾਂਗੇ। ਤੂੰ ਸਾਰੀ ਬਰਾਤ ਦਾ ਲਾੜਾ ਬਣਨਾ ਜੰਗ ਦਾ। ਕਿਉਂ ਕਿ ਰਾਜੇ ਦਾ ਇਲਾਕਾ ਸੀ ਨਾ ਉਹ ਜਿਹੜਾ ਜਿੱਥੇ ਪੌਂਟਾ ਸਾਹਿਬ ਵਸਿਆ ਉੱਥੇ ਹੱਦ ਸੀਗੀ, ਬਾਰਡਰ ਸੀਗਾ। ਇੱਕ ਪਾਸੇ ਰਿਆਸਤ ਸਾਰਮੋਰ ਤੇ ਦੂਜੇ ਪਾਸੇ ਰਿਆਸਤ ਗੜਵਾਲ। ਗੜਵਾਲ ਦਾ ਰਾਜਾ ਸੀ ਫਤਿਹ ਸ਼ਾਹ ਤੇ ਸਾਰਮੋਰ ਦਾ ਰਾਜਾ ਸੀ ਮੇਦਨੀ ਪ੍ਰਕਾਸ਼। ਇਹਨਾਂ ਦੋਵਾਂ ਦੀ ਆਪਸ 'ਚ ਲੜਾਈ ਸੀ। ਸਾਰਮੋਰ ਦੀ ਰਾਜਧਾਨੀ ਸੀ ਨਾਣ ਜਿਹੜਾ ਉਹ ਰਾਜਧਾਨੀ ਸੀ ਤੇ ਇਲਾਕੇ ਦਾ ਨਾਮ ਸੀ ਸਾਰਮੋਰ। ਆ ਜਿਹੜਾ ਬੜੂ ਸਾਹਿਬ ਗੁਰਦੁਆਰਾ ਜਿੱਥੇ ਸਕੂਲ ਖੁੱਲ੍ਹਿਆ ਹੋਇਆ ਇਹ ਵੀ ਸਾਰਮੋਰ ਰਿਆਸਤ ਦੇ ਵਿੱਚ ਪੈਂਦਾ। ਪੌਂਟਾ ਸਾਹਿਬ ਸਾਰਮੋਰ ਰਿਆਸਤ ਵਿੱਚ ਪੈਂਦਾ। ਉਸ ਤੋਂ ਪਰੇ ਟੱਪ ਜਾਓ ਤੇ ਅੱਗੇ ਰਿਆਸਤ ਗੜਵਾਲ ਸ਼ੁਰੂ ਹੋ ਜਾਂਦੀ। ਉਹ ਦੋਵਾਂ ਰਾਜਾਂ ਦੀ ਹੱਦ ਸੀਗੀ। ਤੋ ਰਾਜਾ ਫਤਿਹ ਸ਼ਾਹ ਦੀ ਤੇ ਮੇਦਨੀ ਪ੍ਰਕਾਸ਼ ਦੀ 10ਵੇਂ ਪਾਤਸ਼ਾਹ ਨੇ ਸੁਲ੍ਹਾ ਕਰਾ ਦਿੱਤੀ ਸੀ। ਅੱਜ ਉਹੀ ਫਤਿਹ ਸ਼ਾਹ ਨੂੰ ਰਾਜੇ ਕਹਿ ਰਹੇ ਨੇ ਵੀ ਤੂੰ ਅੱਗੇ ਲੱਗ ਕਿਉਂਕਿ ਤੂੰ ਇਸ ਇਲਾਕੇ ਦਾ ਰਾਜਾ ਹੈ। ਕਾਨੂੰਨੀ ਤੌਰ ਤੇ ਅਸੀਂ ਕਹਿ ਸਕਾਂਗੇ ਵੀ ਇਹਦੀ ਲੜਾਈ ਸੀ ਗੁਰੂ ਨਾਲ ਤੇ ਅਸੀਂ ਇਹਦੇ ਨਾਲ ਹੋਏ ਸਾਂ। ਇਸ ਤਰ੍ਹਾਂ ਲੜਾਈ ਦਾ ਬਹਾਨਾ ਬਣਾ ਕੇ ਤੁਰ ਪਏ। ਭੀਮ ਚੰਦ ਕੇ ਹਰਖ ਕਰਨ ਕੋ। ਰਾਜਾ ਭੀਮ ਚੰਦ ਨੂੰ ਖੁਸ਼ ਕਰਨ ਵਾਸਤੇ ਭਏ ਤਿਆਰ ਅਬ ਆਏ ਲੜਨ ਕੋ। ਸਤਿਗੁਰੂ ਜੀ ਸਾਰੇ ਰਾਜੇ ਤਿਆਰ ਹੋ ਗਏ ਨੇ। ਫਤਿਹ ਸ਼ਾਹ ਦਾ ਤਿਆਰ ਹੋਇਆ ਹੀ, ਉਹਨੇ ਤੇ ਆਪਣੇ ਕੁੜਮ ਦੀ ਗੱਲ ਮੰਨਣੀ ਪੈਣੀ ਸੀ। ਬਾਕੀ ਵੀ ਰਾਜੇ ਨਾਲ ਹਨ। ਹਰੀ ਚੰਦ ਹੈ, ਕੇਸਰੀ ਚੰਦ ਹੈ, ਗੋਪਾਲ ਚੰਦ ਗੁਲੇਰੀਆ ਹੈ, ਕਿਰਪਾਲ ਚੰਦ ਕਟੋਚੀਆ ਹੈ। ਇਹ ਸਾਰੇ ਰਾਜੇ ਗੁਰੂ ਜੀ ਤੁਹਾਡੇ ਨਾਲ ਲੜਨ ਲਈ ਆ ਰਹੇ ਨੇ। ਬਾਟ ਦੀਨ ਬਰੂਦ ਸੋ ਗੋਰੀ। ਤੇ ਉਹਨਾਂ ਨੇ ਮਹਾਰਾਜ ਆਪਣੀ ਫੌਜ ਨੂੰ ਅਸਲਾ ਵੰਡ ਦਿੱਤਾ, ਬਰੂਦ ਵੰਡ ਦਿੱਤਾ, ਗੋਲੀਆਂ ਵੰਡ ਦਿੱਤੀਆਂ ਨੇ, ਤੀਰ ਕਮਾਨ ਵੰਡ ਦਿੱਤੇ ਨੇ, ਚੰਗੇ ਚੰਗੇ ਸ਼ਸਤਰ ਤੇ ਘੋੜੇ ਆਪਣੀ ਫੌਜ ਨੂੰ ਵੰਡ ਦਿੱਤੇ ਨੇ। ਆਇਓ ਲਖੋ ਆਪ ਕੀ ਔਰੀ। ਹੈ ਗੁਰੂ ਜੀ ਬਸ ਸਮਝੋ ਦੁਸ਼ਮਣ ਤੁਹਾਡੇ ਤੇ ਆਉਣ ਵਾਲਾ ਹੀ ਹੈ। ਆਇਆ ਹੀ ਸਮਝੋ। 1 ਦਿਨ ਨੂੰ ਆ ਜਾਏ, 2 ਦਿਨ ਨੂੰ ਆ ਜਾਏ, 3 ਦਿਨ ਨੂੰ ਆ ਜਾਏ, ਇੰਨਾ ਕੀ ਫਰਕ ਪੈਣਾ ਗੁਰੂ ਜੀ।
ਅੱਜ ਜਾਂ ਕੱਲ ਦੁਸ਼ਮਣ ਆਉਣ ਵਾਲਾ ਹੈ। ਸਾਵਧਾਨ ਨਿਜ ਦਲ ਕੋ ਕਰੀਏ। ਹੈ ਗੁਰੂ ਜੀ ਆਪਣੀ ਫੌਜ ਨੂੰ ਤਿਆਰ ਕਰ ਲਓ। ਹੁਣ ਉਹ ਸਮਾਂ ਆ ਗਿਆ ਹੈ ਜਬ ਆਪ ਕੀ ਔਦ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ। ਹੁਣ ਜੂਝਣ ਦਾ ਸਮਾਂ ਆ ਗਿਆ ਹੈ। ਜੰਗ ਮਚਾਵਨ ਤਿਆਰ ਤਿਆ ਤਰੀਏ। ਮਹਾਰਾਜ ਹੁਣ ਜੰਗ ਦੀ ਤਿਆਰੀ ਕਰ ਲਓ। ਜਿਮ ਹਮ ਕੋ ਆਇਓ ਲਖ ਲੀਨੋ। ਇਹ ਸਤਿਗੁਰੂ ਜੀ ਜਿਵੇਂ ਅਸੀਂ ਸ੍ਰੀਨਗਰ ਤੋਂ ਆਏ ਆ ਸਮਝੋ। ਫਤਿਹ ਸ਼ਾਹ ਤੈਸੇ ਤੁਮ ਚੀਨੋ। ਬਸ ਇਵੇਂ ਹੀ ਰਾਜਾ ਫਤਿਹ ਸ਼ਾਹ ਵਾਹੁਦਾ ਹੀ ਸਾਡੇ ਪਿੱਛੇ ਆ ਰਿਹਾ ਹੈ। ਅਸੀਂ ਇੱਥੇ ਪਹੁੰਚੇ ਆ ਤੇ ਹੋ ਸਕਦਾ ਉਹ ਅੱਧ ਚ ਪਹੁੰਚ ਵੀ ਗਿਆ ਹੋਵੇ। ਗਨ ਰਾਜਨ ਕੀ ਚਮੂ ਬਟੋਰੀ। ਔਰ ਕੱਲਾ ਫਤਿਹ ਸ਼ਾਹ ਨਹੀਂ ਆ ਰਿਹਾ, 22 ਧਾਰ ਦੇ ਰਾਜਿਆਂ ਦੀ ਸਾਰੀ ਫੌਜ ਇਕੱਠੀ ਕਰਕੇ ਲਿਆ ਰਹੇ ਨੇ ਰਾਜੇ। ਕਰਿਓ ਕੂਚ ਆਵਤ ਇਤ ਔਰੀ। ਰਾਜਾ ਭੀਮ ਚੰਦ ਨੂੰ ਤੁਹਾਡੇ ਨਾਲ ਬੜਾ ਗੁੱਸਾ ਹੈ ਗੁਰੂ ਜੀ, ਬਹੁਤ ਜ਼ਿਆਦਾ ਸੜਿਆ ਬੜਿਆ ਫਿਰਦਾ। ਉਹ ਕਹਿੰਦਾ ਮੈਂ ਗੁਰੂ ਦਾ ਪੌਂਟਾ ਉਜਾੜ ਦੇਣਾ, ਗੁਰੂ ਨੂੰ ਪੌਂਟੇ ਤੋਂ ਕੱਢ ਦੇਣਾ, ਮੈਂ ਗੁਰੂ ਦਾ ਡੇਰਾ ਲੁੱਟ ਲੈਣਾ। ਗੁਰੂ ਨੇ ਮੇਰੀ ਬੇਇੱਜ਼ਤੀ ਕੀਤੀ ਹੈ, ਮੇਰਾ ਰਾਹ ਰੋਕਿਆ, ਮੇਰੀਆਂ ਫੌਜਾਂ ਦਾ, ਮੇਰੀ ਬਰਾਤ ਦਾ ਰਸਤਾ ਰੋਕਿਆ, ਮੈਂ ਬਦਲਾ ਲੈਣਾ। ਕਲਗੀਧਰ ਸੁਨ ਕਰ ਤਿਸ ਕਾਲਾ। ਸਾਧ ਸੰਗਤ ਜੀ ਜਦੋਂ ਆਹ ਗੱਲ 21 ਸਾਲ ਦੇ ਗੱਭਰੂ ਨੌਜਵਾਨ ਸ੍ਰੀ ਕਲਗੀਧਰ ਪਾਤਸ਼ਾਹ ਨੂੰ ਦੀਵਾਨ ਆਨੰਦ ਚੰਦ ਨੇ ਕਹੀ ਨਾ, ਤੇ ਉਸ ਵੇਲੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਫੜਕ ਉਠੀ ਜੁਗ ਭੁਜਾ ਬਿਸਾਲਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਦੇ ਦੋਵੇਂ ਡੋਲੇ ਫਰਕਣ ਲੱਗ ਪਏ, ਦੋਵੇਂ ਬਾਹਾਂ ਫਰਕੀਆਂ 10ਵੇਂ ਪਾਤਸ਼ਾਹ ਦੀਆਂ। ਗਰਜਤ ਸਭਾ ਬਿਖੈ ਬਚ ਭਾਖਾ। ਤੇ ਗਰਜ ਕੇ ਕਲਗੀਆਂ ਵਾਲੇ ਪਾਤਸ਼ਾਹ ਸਭਾ ਦੇ ਵਿੱਚ ਦੀਵਾਨ ਦੇ ਵਿੱਚ ਬੋਲੇ, ਸ੍ਰੀ ਅਸ ਤੁਜ ਪਰ ਵਹਿ ਹਮ ਕਾਖਾ। ਮਹਾਰਾਜ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਸ੍ਰੀ ਅਸ ਤੁਜ ਜੀ, ਜਿਹਦੇ ਝੰਡੇ ਤੇ ਖੰਡਾ ਹੋਵੇ ਉਹਨੂੰ ਅਸ ਤੁਜ ਕਹਿੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸ ਨਾਮ ਸਾਧ ਸੰਗਤ ਜੀ ਸ਼ਸਤਰ ਦਾ ਹੈ, ਅਸ ਨਾਮ ਕੱਟਣ ਵਾਲੀ ਚੀਜ਼ ਦਾ ਹੈ। ਸੰਸਕ੍ਰਿਤ ਵਿੱਚ ਅਸ ਦੇ ਅਰਥ ਹੁੰਦੇ ਨੇ ਜੋ ਕੱਟ ਕੇ ਦੋ ਟੋਟੇ ਕਰ ਦਿੰਦਾ, ਉਹ ਖੰਡਾ ਹੀ ਹੈ, ਦੋ ਧਾਰਾ। ਤੇ ਧੁਜ ਕਹਿੰਦੇ ਨੇ ਤੁਜਾ ਝੰਡੇ ਨੂੰ, ਜਿਹਦੇ ਝੰਡੇ ਤੇ ਖੰਡਾ ਉਹਨੂੰ ਕਹਿੰਦੇ ਸ੍ਰੀ ਅਸ ਤੁਜ। ਸ੍ਰੀ ਅਸ ਤੁਜ ਜਬ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲ। ਮਹਾਰਾਜ ਕਹਿੰਦੇ ਸ੍ਰੀ ਅਸ ਤੁਜ ਪੁਰ ਮੈਂ ਮਮ ਕਾਖਾ, ਮੇਰੀ ਇੱਛਾ ਮੇਰੀ ਕਾਮਨਾ ਉਹ ਅਕਾਲ ਪੁਰਖ ਪੂਰੀਆਂ ਕਰ ਰਿਹਾ ਹੈ। ਮੇਰੀ ਇੱਕੋ ਹੀ ਕਾਮਨਾ ਹੈ, ਅਵਰ ਬਾਸ਼ਨਾ ਨਾਏ ਪ੍ਰਭ ਧਰਮ युद्ध के चाहे। छत्री को पूत हों ब्राह्मण को न, कहता पावत है जो करो। और जंजार जितो ग्रह को तो त्याग कहाँ चिरता में धरो। अब रीज कहते हो वह हमको जो हों बिनती कर जोर करो। जब आपकी ओद निदान बने अत ही रण में तब जूझ मरो। हे रब हे सस हे करुणा निध मेरी अबै बिनती सुन लीजै। और न मांगत हो तुम ते कछ होर नहीं कुछ मंगदा, चाहत हो चित मैं सोई कीजै। शस्त्रन स्यों अत ही रण भीतर जूझ मरो कै साज पतीजै। संत सहाय सदा जग माए कृपा कर श्याम यह पर दीजै। सच्चे पातशाह महाराज गरज के बोले, जब पहुंचे रण खेत पहाड़ी। महाराज कहते जदों पहाड़ीए मैदाने जंग विच मेरे सामने आउणगे, इम कर हो शस्त्रन गन मारी। महाराज कहते इहो जिहा तीर छड्डांगा, ਇਹੋ ਜਿਹੀਆਂ ਤੇਗਾਂ ਵਾਵਾਂਗਾ। ਸ਼੍ਰੋਣਤ ਪਾਨ ਕਰੈ ਬਹੁ ਧਰਣੀ। ਮਹਾਰਾਜ ਕਹਿੰਦੇ ਧਰਤੀ ਮਾਤਾ ਲਹੂ ਨਾਲ ਭਿੱਜ ਜਾਏਗੀ, ਰੱਜ ਜਾਏਗੀ, ਧਰਤੀ ਉਹਨਾਂ ਦਾ ਖੂਨ ਪੀਵੇਗੀ। ਹੋਇਆ ਜਾ ਹੈ ਤਹ ਲੋਹਿਤ ਬਰਨੀ। ਜਿਹੜੀ ਥਾਂ ਤੇ ਜੰਗ ਹੋਏਗਾ ਮਹਾਰਾਜ ਕਹਿੰਦੇ ਧਰਤੀ ਲਾਲ ਕਰ ਦਿਆਂਗਾ, ਧਰਤੀ ਲਾਲੋ ਲਾਲ ਹੋ ਜਾਏਗੀ। ਉਹਨਾਂ ਪਾਪੀਆਂ ਪਹਾੜੀਆਂ ਦੇ ਲਹੂ ਦੇ ਨਾਲ ਲਾਲ ਕਰ ਦੇਂਗੇ ਧਰਤੀ ਨੂੰ। ਰੁੰਡ ਮੁੰਡ ਗਨ ਕਹਿ ਕਰ ਦੋ ਹੈ। ਮਹਾਰਾਜ ਕਹਿੰਦੇ ਰੁੰਡ ਮੁੰਡ ਖਿਲਾਰ ਦਿਆਂਗੇ, ਥਾਂ ਥਾਂ ਤੇ ਲਾਸ਼ਾਂ ਰੁਲਣਗੀਆਂ ਪਹਾੜੀਆਂ ਦੀਆਂ। ਹਾਥ ਪਾਏ ਕਾਟਤ ਬਿਥ ਰੋ ਹੈ। ਕਿਤੇ ਉਹਨਾਂ ਦੇ ਹੱਥ ਪਏ ਵੱਡੇ ਹੋਣਗੇ, ਕਿਤੇ ਲੱਤਾਂ ਬਾਹਾਂ, ਕਿਤੇ ਸਿਰ ਰੁਲਦੇ ਹੋਣਗੇ। ਬਹੁ ਦਿਨ ਕੋ ਮਮ ਕੋਪ ਬਿਸਾਲਾ। ਮਹਾਰਾਜ ਕਹਿੰਦੇ ਬੜੇ ਦਿਨਾਂ ਦਾ ਗੁੱਸਾ ਇਹਨਾਂ ਦੇ ਉੱਤੇ ਸਾਨੂੰ। ਫਤਿਹ ਸ਼ਾਹ ਪਰ ਤਜੋ ਕਰਾਲਾ।
ਭੱਲਾ। ਤੇ ਫਤਿਹ ਸ਼ਾਹ ਜੇ ਸਾਡੇ ਸਾਹਮਣੇ ਆ ਗਿਆ ਤੇ ਉਹਦੇ ਤੇ ਵੀ ਫਿਰ ਗੁੱਸਾ ਨਿਕਲ ਜਾਏਗਾ। ਭੀਮ ਚੰਦ ਕੋ ਜੇ ਇੱਕ ਬਾਰੀ, ਮਹਾਰਾਜ ਕਹਿੰਦੇ ਜੇ ਕਿਤੇ ਭੀਮ ਚੰਦ ਸਾਡੇ ਸਾਹਮਣੇ ਆ ਗਿਆ ਇੱਕ ਵਾਰੀ, ਕਰੋ ਬਿਲੋਕਨ ਜੰਗ ਮਝਾਰੀ। ਉਹਨੂੰ ਵੇਖਾਂਗੇ ਜੰਗ ਦੇ ਮੈਦਾਨ ਵਿੱਚ ਕਿੱਡਾ ਕੁ ਸੂਰਮਾ ਹੈ। ਐਸੇ ਤਜ ਹੋ ਬਾਣ ਕਰਾਰੇ, ਮਹਾਰਾਜ ਕਹਿੰਦੇ ਇਹੋ ਜਿਹੇ ਤਿੱਖੇ ਤੀਰ ਛੱਡਾਂਗੇ ਵੇਦ ਸ਼ਰੀਰਨ ਪਰ ਹੈ ਪਾਰੇ। ਜਿਹੜੇ ਸੁੱਕੇ ਦੁਸ਼ਮਣ ਦੇ ਸਰੀਰ ਚੋਂ ਪਾਰ ਲੰਘ ਜਾਣਗੇ। ਥਿਰੇ ਅਗਾਰੀ ਦੈ ਹੈ ਪ੍ਰਾਨ, ਮਹਾਰਾਜ ਕਹਿੰਦੇ ਜਿਹੜਾ ਸਾਡੇ ਤੀਰਾਂ ਦੇ ਸਾਹਮਣੇ ਆ ਗਿਆ ਉਹ ਆਪਣੀ ਜਾਨ ਤੋਂ ਹੱਥ ਧੋ ਜਾਏਗਾ। ਨਤ ਭਜ ਹੈ ਰਨ ਤਿਆਗ ਮਹਾਨ। ਨਹੀਂ ਤਾਂ ਜਿਹੜੇ ਆਪਣੇ ਆਪ ਨੂੰ ਬੜੇ ਸੂਰਮੇ ਸਮਝਦੇ ਨੇ ਮੈਦਾਨੇ ਜੰਗ 'ਚ ਭੱਜਦੇ ਹੀ ਨਜ਼ਰ ਆਉਣਗੇ। ਇਮ ਕਹਿ ਕਰ ਗੁਰ ਸਭਾ ਮਜਾਰਾ, ਬੜੀ ਦਲੇਰੀ ਨਾਲ ਬੜੇ ਹੌਸਲੇ ਨਾਲ ਕਲਗੀਧਰ ਪਾਤਸ਼ਾਹ ਨੇ ਬਚਨ ਕਹੇ। ਸੰਗ ਮਸੰਦਨ ਹੁਕਮ ਉਚਾਰਾ, ਆਪਣੇ ਬਸੰਦਾਂ ਨੂੰ ਗੁਰੂ ਘਰ ਦੇ ਮੁਖੀਆਂ ਨੂੰ ਹੁਕਮ ਦਿੱਤਾ। ਤਿਆਰੀ ਅਦਕ ਜੰਗ ਕੀ ਧਰੀਏ ਹੈ। ਮਹਾਰਾਜ ਕਹਿੰਦੇ ਫਟਾਫਟ ਜੰਗ ਦੀਆਂ ਤਿਆਰੀਆਂ ਕਰ ਦਿਓ, ਜੰਗੀ ਪੱਧਰ ਦੇ ਜੰਗ ਦੀਆਂ ਤਿਆਰੀਆਂ ਕਰ ਦਿਓ। ਗੁਲਕਾ ਬ੍ਰਿੰਦ ਬਰੂਦ ਹੈ ਕਰੀਏ ਹੈ। ਮਹਾਰਾਜ ਕਹਿੰਦੇ ਕਾਰੀਗਰਾਂ ਨੂੰ ਕਹੋ ਵੱਧ ਤੋਂ ਵੱਧ ਗੋਲੀਆਂ ਬੰਦੂਕਾਂ ਦੇ ਵਾਸਤੇ ਰਾਤੋਂ ਰਾਤ ਬਰੂਦ ਇਕੱਠਾ ਕਰਕੇ ਤਿਆਰ ਕਰੋ। ਤੀਰ ਤੁਫੰਗਨ ਤੋਮਰ ਭਾਲੇ, ਤੀਰ ਕਮਾਨ ਤਿਆਰ ਕਰੋ, ਬੰਦੂਕਾਂ ਤਿਆਰ ਕਰੋ, ਤੋਮਰ ਵੱਡੇ ਬਰਛੇ ਭਾਲੇ ਤਿਆਰ ਕਰੋ। ਤਨੁਖ ਬਾਣ ਦੀ ਜਹ ਭਟ ਜਾਲੇ, ਔਰ ਸਾਰੇ ਯੋਧਿਆਂ ਨੂੰ ਚੰਗੇ ਚੰਗੇ ਤੀਰ ਕਮਾਨ ਦਿਓ ਤੇ ਤੀਰਾਂ ਦੇ ਪੱਥੇ ਭਰ ਕੇ ਵੰਡੋ। ਇਮ ਬੋਲਤ ਬਹੁ ਉਦਿਓ ਪ੍ਰਤਾਪਾ, ਜਦੋਂ ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਗਰਜ ਕੇ ਬੋਲ ਰਹੇ ਸਨ ਤੇ ਚਿਹਰਾ ਲਾਲੋ ਲਾਲ ਹੋ ਰਿਹਾ ਸੀ। ਉਸ ਵੇਲੇ ਭਾਈ ਸਾਹਿਬ ਕਹਿੰਦੇ ਬਹੁਤ ਦਿਓ ਪ੍ਰਤਾਪਾ। ਉਸ ਵੇਲੇ ਪਾਤਸ਼ਾਹ ਦਾ ਪ੍ਰਤਾਪ ਏਦਾਂ ਸੀ ਜਿਵੇਂ ਚੜ੍ਹਦਾ ਸੂਰਜ ਹੁੰਦਾ ਹੈ। ਜਿਸ ਤੇ ਸ਼ਤਰ ਬ੍ਰਿੰਦ ਹੋਏ ਖਾਪਾ, ਜਿਹਦੇ ਨਾਲ ਬੇਅੰਤ ਸ਼ਤਰੂਆਂ ਦਾ ਨਾਸ ਹੋਣਾ। ਜਿਹੜੇ ਕੰਮ ਲਈ ਅਵਤਾਰ ਧਾਰਿਆ ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਮੁਖ ਗੁਰ ਕੋ ਇਮ ਦੀਖ ਨ ਲਾਗਾ, ਮਹਾਰਾਜ ਕਲਗੀਧਰ ਪਾਤਸ਼ਾਹ ਦਾ ਚਿਹਰਾ ਇਉਂ ਦਿਸਣ ਲੱਗਾ ਮਨੋ ਬੀਰ ਰਸ ਸੁਪਤਿਓ ਜਾਗਾ। ਮਾਨੋ ਸੁੱਤਾ ਹੋਇਆ ਵੀਰ ਰਸ ਅੱਜ ਜਾਗ ਪਿਆ ਹੈ। ਸਦੀਆਂ ਤੋਂ ਵੀਰ ਰਸ ਸੁੱਤਾ ਪਿਆ ਸੀ। ਸਾਧ ਸੰਗਤ ਜੀ, ਉਹ ਮਹਿਮੂਦ ਗਜ਼ਨਵੀ ਤੋਂ ਲੈ ਕੇ ਉਹ ਮੁਹੰਮਦ ਬਿਨ ਕਾਸਿਮ ਤੋਂ ਲੈ ਕੇ ਅੱਜ ਤੱਕ ਕੋਈ ਇਹੋ ਜਿਹਾ ਮਾਈ ਦਾ ਨਾਲ ਨਹੀਂ ਸੀ ਜੰਮਿਆ ਜਿਹੜਾ ਅਰਬ ਤੋਂ ਆਉਣ ਵਾਲਿਆਂ ਨੂੰ, ਈਰਾਨ ਤੋਂ ਆਉਣ ਵਾਲਿਆਂ ਨੂੰ, ਅਫਗਾਨਿਸਤਾਨ ਤੋਂ ਆਉਣ ਵਾਲਿਆਂ ਨੂੰ, ਉਹਨਾਂ ਮੁਗਲਾਂ ਨੂੰ, ਉਹਨਾਂ ਜ਼ਾਲਮਾਂ ਨੂੰ ਚੈਲੰਜ ਕਰ ਸਕਦਾ। ਉਹ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਆ ਪਹਿਲੀ ਗਰਜ ਮਾਰੀ 10ਵੇਂ ਪਾਤਸ਼ਾਹ ਨੇ, ਕਹਿੰਦੇ ਤਗੜੇ ਹੋ ਜਾਓ, ਇਹਨਾਂ ਜ਼ਾਲਮ ਸਰਕਾਰਾਂ ਨੂੰ ਭਾਜੜਾ ਪਾ ਦਿਆਂਗੇ। ਦਇਆ ਰਾਮ ਪ੍ਰੋਹਤ ਇਮ ਬੋਲਾ, ਉਸ ਵੇਲੇ ਪੰਡਤ ਦਇਆ ਰਾਮ ਜੀ ਬੋਲੇ, ਸੁਨੋ ਪ੍ਰਭੂ ਭਾਰਾਜਨ ਟੋਲਾ। ਇਹ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਪਾਤਸ਼ਾਹ ਰਾਜਿਆਂ ਦਾ ਟੋਲਾ। ਦੀਰਘ ਭੀਮ ਚੰਦ ਕਹਿਲੂਰੀ, ਉਹਨਾਂ ਵਿੱਚੋਂ ਸਭ ਤੋਂ ਮੋਹਰੇ ਹੈ ਰਾਜਾ ਭੀਮ ਚੰਦ, ਜਿਹਨੂੰ ਆਪ ਜੀ ਨਾਲ ਬੜਾ ਭਾਰੀ ਵੈਰ ਹੈ। ਜਿਸ ਟਿਗ ਭਈ ਬਾਹਨੀ ਭੂਰੀ, ਔਰ ਰਾਜੇ ਭੀਮ ਚੰਦ ਕੋਲ ਬੜੀਆਂ ਭਾਰੀ ਫੌਜਾਂ ਹਨ, ਬੜੇ ਵੱਡੇ ਉਹਦੇ ਕੋਲ ਸ਼ਸਤਰ ਹਨ, ਜੰਗੀ ਸਾਜੋ ਸਮਾਨ ਹੈ, ਤਾਕਤ ਹੈ ਉਹਦੇ ਕੋਲ। ਇਸ ਕਰਕੇ ਹੰਕਾਰ ਵਿੱਚ ਆਥਰਿਆ ਹੋਇਆ ਆ ਰਿਹਾ ਹੈ। ਸਭ ਗ੍ਰਾਮਨ ਕੀ ਛੇਰ ਹਕਾਰੀ, ਜਿੰਨੀ ਉਹਦੇ ਕੋਲ ਪਹਿਲਾਂ ਫੌਜ ਸੀ ਉਹ ਤਾਂ ਉਹਦੇ ਕੋਲ ਹੈ ਹੀ ਸੀ। ਉਹਨੇ ਪਿੰਡਾਂ ਵਿੱਚੋਂ ਹੋਰ ਛੇੜ ਇਕੱਠੀ ਕਰ ਲਈ ਹੈ। ਪਿੰਡਾਂ ਦੀ ਛੇੜ ਦਾ ਮਤਲਬ ਹੁੰਦਾ ਵੀ ਆਪਣੇ ਇਲਾਕੇ ਦੇ ਲੋਕਾਂ ਨੂੰ ਕਹਿਣਾ ਵੀ ਜਿਹੜਾ ਵੀ ਦੌੜ ਸਕਦਾ, ਲੜ ਸਕਦਾ, ਡਾਂਗ ਚੁੱਕ ਸਕਦਾ, ਆ ਜਾਓ ਬਈ, ਸਰਕਾਰ ਨੂੰ, ਦੇਸ਼ ਨੂੰ ਲੋੜ ਪੈ ਗਈ ਹੈ। ਉਹਨੇ ਮਹਾਰਾਜ ਇੱਕ ਤਰ੍ਹਾਂ ਦਾ ਜਹਾਜ਼ ਖੜਾ ਕਰ ਲਿਆ, ਪਹਾੜਾਂ ਵਿੱਚੋਂ ਹਜ਼ਾਰਾਂ ਬੰਦੇ ਹੋਰ ਬੁਲਾ ਲਏ ਨੇ। ਸੁਨ ਪਹੁੰਚੀ ਗਨ ਸ਼ਸਤਰਨ ਧਾਰੀ, ਮਹਾਰਾਜ ਪਹਾੜੀਆਂ ਦੀ ਬਹੁਤ ਵੱਡੀ ਫੌਜ ਇਕੱਠੀ ਹੋ ਗਈ ਹੈ, ਸ਼ਸਤਰ ਧਾਰੀ ਹਨ। ਪੁੰਨ ਕਟੋਚੀਆ ਨਾਮ ਕਿਰਪਾਲ, ਫਿਰ ਮਹਾਰਾਜ ਕਟੋਚ ਦਾ ਰਾਜਾ ਕਿਰਪਾਲ ਚੰਦ ਵੀ ਉਹਦੇ ਨਾਲ ਹੈ। ਔਰ ਗਲੇਰੀਆ ਸਦਲ ਗੋਪਾਲੰ, ਔਰ ਰਾਜਾ ਗੁਲੇਰ ਦਾ ਗੋਪਾਲ ਚੰਦ ਗੁਲੇਰੀਆ ਦਲ ਸਮੇਤ ਆ ਰਿਹਾ ਨਾਲ। ਇਨ ਦੋਹੁਅਨ ਬਹੁ ਵੀਰ ਸਕੇਲੇ, ਕਿਰਪਾਲ ਚੰਦ ਕਟੋਚੀਏ ਤੇ ਗੋਪਾਲ ਚੰਦ ਗੁਲੇਰੀਏ ਨੇ ਬੜੀ ਫੌਜ ਇਕੱਠੀ ਕਰ ਲਈ ਹੈ। ਆਏ ਮਿਲੇ ਗਨ ਆਯੁਧ ਲੈ ਲੇ, ਔਰ ਸਾਰੇ ਆਪਣੇ ਆਪਣੇ ਸ਼ਸਤਰ ਲੈ ਕੇ ਮਹਾਰਾਜ ਜੀ ਆ ਰਹੇ ਨੇ। ਨ੍ਰਿਪ ਹੰਡੂਰੀਆ ਅਰ ਜਸਵਾਲ, ਔਰ ਰਾਜਾ ਹੰਡੂਰੀਆ ਤੇ ਜਸਵਾਲੀਆ ਕੇਸਰੀ ਚੰਦ, ਇਨਕੇ ਸੰਗ ਸੁਪਟ ਹੈ ਜਾਲ। ਇਹਨਾਂ ਨਾਲ ਵੀ ਬੜੀ ਭਾਰੀ
ਭਾਰੀ ਫੌਜ ਹੈ। ਸਭ ਰਾਵਰ ਸੋ ਚਹਿ ਲੜਾਈ। ਹਰੀ ਚੰਦ ਹਡੂਰੀਆ ਤੇ ਕੇਸਰੀ ਚੰਦ ਜਸਵਾਲੀਆ ਇਹ ਸਭ ਤੁਹਾਡੇ ਨਾਲ ਲੜਨਾ ਚਾਹੁੰਦੇ ਨੇ ਗੁਰੂ ਜੀ। ਫਤਿਹ ਸ਼ਾਹ ਕੋ ਕਰ ਅਗਵਾਈ। ਔਰ ਰਾਜੇ ਫਤਿਹ ਸ਼ਾਹ ਨੂੰ ਅੱਗੇ ਲਾ ਲਿਆ। ਬਹਾਨਾ ਫਤਿਹ ਸ਼ਾਹ ਦਾ ਹੈ ਵੀ ਫਤਿਹ ਸ਼ਾਹ ਲੜਨ ਆ ਰਿਹਾ, ਪਰ ਸਾਰੀ ਸਕੀਮ ਜਿਹੜੀ ਹੈ ਉਹ ਰਾਜੇ ਭੀਮ ਚੰਦ ਦੀ ਹੈ। ਨਗਰ ਪਾਵਟੇ ਕੋ ਚੜ ਆਵੈ। ਤੇ ਮਹਾਰਾਜ ਇਹ ਸਾਰੀਆਂ ਫੌਜਾਂ ਭੀਮ ਚੰਦ ਦੀਆਂ, ਫਤਿਹ ਸ਼ਾਹ ਦੀਆਂ, ਕੇਸਰੀ ਚੰਦ ਦੀਆਂ, ਹਰੀ ਚੰਦ ਦੀਆਂ, ਗੋਪਾਲ ਚੰਦ ਦੀਆਂ, ਕਿਰਪਾਲ ਚੰਦ ਦੀਆਂ, ਇਹ ਸਾਰੀਆਂ ਫੌਜਾਂ ਪੌਂਟੇ ਸਾਹਿਬ ਵੱਲ ਆ ਰਹੀਆਂ ਨੇ। ਇਹ ਆਛੀ ਮੁਝ ਬਾਤ ਨਾ ਭਾਵੈ। ਮਹਾਰਾਜ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਵੀ ਇਹ ਪੌਂਟਾ ਸਾਹਿਬ ਪਹੁੰਚ ਜਾਣ। ਹਮਰੇ ਨਿਕਟ ਪਰੇ ਨਹਿ ਖੇਤ। ਪੰਡਤ ਦਇਆ ਰਾਮ ਜੀ ਜੰਗ ਦੇ ਬਹੁਤ ਮਾਰ ਸਨ। 10ਵੇਂ ਪਾਤਸ਼ਾਹ ਨੇ ਬਚਿੱਤਰ ਨਾਟਕ ਵਿੱਚ ਲਿਖਿਆ ਕਿ ਉਹ ਦ੍ਰੋਣ ਕੀ ਜਿਉ ਮਹਾਯੁੱਧ ਸੁਦਨ, ਸ੍ਰੀ ਮੁੱਖ ਵਾਕ ਪਾਤਸ਼ਾਹੀ 10ਵੀਂ। ਮਹਾਰਾਜ ਕਹਿੰਦੇ ਦਇਆ ਰਾਮ ਜਿਹੜਾ ਸੀ ਨਾ ਉਹ ਸਾਡਾ ਦ੍ਰੋਣਾਚਾਰਿਆ ਸੀ। ਜਿਵੇਂ ਉਸ ਵੇਲੇ ਮਹਾਭਾਰਤ ਦੇ ਯੁੱਧ ਵਿੱਚ ਦ੍ਰੋਣਾਚਾਰਿਆ ਨੇ ਯੁੱਧ ਦੀ ਇੱਕ ਕਮਾਨ ਸੰਭਾਲੀ ਸੀ, ਕਹਿੰਦੇ ਸਾਡੀ ਕਮਾਨ ਸੰਭਾਲਣ ਵਾਸਤੇ ਦ੍ਰੋਣਾਚਾਰਿਆ ਸਾਡਾ ਬਣ ਗਿਆ ਦਇਆ ਰਾਮ। ਦਇਆ ਰਾਮ ਕਹਿੰਦਾ ਮਹਾਰਾਜ ਮੇਰੀ ਨੀਤੀ ਇਹ ਕਹਿੰਦੀ ਹੈ, ਜੰਗ ਦੀ ਨੀਤੀ ਇਹ ਕਹਿੰਦੀ ਹੈ ਵੀ ਲੜਾਈ ਹਮੇਸ਼ਾ ਆਪਣੇ ਘਰ ਤੋਂ ਦੂਰ ਲੜਨੀ ਚਾਹੀਦੀ ਹੈ, ਦੁਸ਼ਮਣ ਨੂੰ ਘਰ ਦੇ ਨੇੜੇ ਨਹੀਂ ਆਉਣ ਦੇਣਾ ਚਾਹੀਦਾ। ਪੌਂਟੇ ਸਾਹਿਬ ਵਿੱਚ ਆਪਾਂ ਲੜਾਂਗੇ ਤੇ ਮਹਾਰਾਜ ਦੁਸ਼ਮਣ ਬਿਲਕੁਲ ਸਿਰ ਤੇ ਆ ਕੇ ਬਹਿ ਜਾਏਗਾ। ਇਸ ਕਰਕੇ ਦੁਸ਼ਮਣ ਨੂੰ ਦੂਰ ਹੀ ਜਾ ਕੇ ਟੱਕਰ ਦੇਣੀ ਚਾਹੀਦੀ ਹੈ। ਆਪ ਚਲੋ ਆਗੇ ਇਸ ਹੇਤ। ਇਸ ਕਰਕੇ ਗੁਰੂ ਜੀ ਮੇਰੀ ਬੇਨਤੀ ਹੈ ਜੰਗ ਦੀ ਨੀਤੀ ਦੇ ਮੁਤਾਬਕ ਆਪ ਜੀ ਇੱਥੋਂ ਕੁਝ 10-20 ਮੀਲ ਬਾਹਰ ਨਿਕਲੋ। ਦੁਸ਼ਮਣ ਜਿਹੜੇ ਪਾਸਿਓਂ ਆ ਰਿਹਾ ਹੈ ਉੱਥੋਂ ਹੀ ਮਾਰ ਕੇ ਭਜਾ ਦਿਓ। ਦੁਸ਼ਮਣ ਨੂੰ ਆਪਣੇ ਘਰ ਦੇ ਦਰਸ਼ਨ ਨਾ ਕਰਾਓ। ਸੁਨ ਕਰ ਸਤਗੁਰ ਬਿਪਰ ਸਰਾਹਾ। ਕਲਗੀਧਰ ਪਾਤਸ਼ਾਹ ਪੰਡਤ ਦਇਆ ਰਾਮ ਜੀ ਦੀ ਗੱਲ ਸੁਣ ਕੇ ਬੜੇ ਖੁਸ਼ ਹੋਏ ਤੇ ਕਹਿਣ ਲੱਗੇ ਧੰਨੋ ਪੰਡਤ ਜੀ, ਸੋ ਮਤਵੰਤ ਗਨ ਸੁਪਤਨ ਮਾਹਾ। ਤੁਸੀਂ ਸਾਡੇ ਜਰਨੈਲਾਂ ਵਿੱਚੋਂ ਸਭ ਤੋਂ ਸਿਆਣੇ ਔਰ ਤਜਰਬੇਕਾਰ ਹੋ, ਕਿਉਂਕਿ ਇਹਦਾ ਪਿਓ ਜਾਤੀ ਮਲਕ 6ਵੇਂ ਪਾਤਸ਼ਾਹ ਦੀ ਫੌਜ ਦਾ ਜਰਨੈਲ, ਉਹਦਾ ਵੱਡਾ ਉਹ ਵੀ 6ਵੇਂ ਪਾਤਸ਼ਾਹ ਦੀ ਫੌਜ ਦਾ ਜਰਨੈਲ ਸੰਘਾ ਪਰੋਤ। ਸੋ ਤੁਸੀਂ ਖਾਨਦਾਨੀ ਸੂਰਮੇ ਹੋ, ਇਸ ਕਰਕੇ ਤੁਸੀਂ ਸਾਡੀ ਫੌਜ ਸਾਰਿਆਂ ਤੋਂ ਸਿਆਣੇ ਹੋ। ਨਿਪੁੰਨ ਬੁੱਧ ਸੰਗਰਾਮ ਕਰਨ ਕੀ। ਤੁਹਾਨੂੰ ਜੰਗ ਯੁੱਧ ਕਰਨ ਦੀ ਨੀਤੀ ਆਉਂਦੀ ਹੈ। ਯਥਾ ਰੀਤ ਛਤਰੀ ਸੋ ਬਰਨ ਕੀ। ਜੋ ਛਤਰੀ ਵਰਨ ਦੀ ਮਰਿਆਦਾ ਹੈ ਉਹ ਵੀ ਜਾਣਦੇ ਹੋ ਤੇ ਬ੍ਰਾਹਮਣਾਂ ਦੀ ਮਰਿਆਦਾ ਵੀ ਜਾਣਦੇ ਹੋ। ਜਿਮ ਭਾਰਤ ਮਹਿ ਦ੍ਰੋਣ ਪ੍ਰਵੀਨਾ। ਮਹਾਰਾਜ ਕਹਿੰਦੇ ਜਿਵੇਂ ਭਾਰਤ ਦੇ ਵਿੱਚ ਮਹਾਭਾਰਤ ਦੇ ਵਿੱਚ ਦ੍ਰੋਣਾਚਾਰਿਆ ਸਿਆਣਾ ਸੀ। ਦ੍ਰੋਣਾਚਾਰਿਆ ਇਤਨਾ ਸ਼ਸਤਰ ਵਿਦਿਆ ਦਾ ਮਾਹਰ ਸੀ, ਉਸਨੇ ਪਾਂਡਵਾਂ ਨੂੰ ਵੀ ਵਿਦਿਆ ਦਿੱਤੀ, ਉਹਨੇ ਕੌਰਵਾਂ ਨੂੰ ਵੀ ਵਿਦਿਆ ਦਿੱਤੀ। ਮਜਬੂਰੀ ਸੀ ਉਹਦੀ ਕਿ ਉਹ ਰਾਜ ਧਰਮ ਦੇ ਨਾਲ ਜੁੜਿਆ ਹੋਇਆ, ਉਹ ਕੌਰਵਾਂ ਵੱਲੋਂ ਲੜਿਆ ਸੀਗਾ, ਪਰ ਮਹਾਰਾਜ ਸੱਚੇ ਪਾਤਸ਼ਾਹ ਦਾ ਦ੍ਰੋਣਾਚਾਰਿਆ ਧਰਮ ਵੱਲੋਂ ਲੜਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਜਿਵੇਂ ਮਹਾਭਾਰਤ ਦੇ ਵਿੱਚ ਦ੍ਰੋਣਾਚਾਰਿਆ ਸੀ, ਹਤੇ ਅਨੇਕ ਸਤਰ ਜਸਲੀਨਾ। ਵੈਰੀਆਂ ਨੂੰ ਮਾਰ ਕੇ ਬੜਾ ਜਸ ਖੱਟਿਆ ਸੀ। ਤਥਾ ਗਿਰੰਦਰਨ ਕੇਰਨ ਲਰਬੋ। ਆਪ ਪਹਾੜੀ ਰਾਜਿਆਂ ਨਾਲ ਯੁੱਧ ਕਰਨ ਲਈ ਬੁੱਧ ਬਲ ਸਾਤ ਕਰੋ ਰਿਪ ਹਰਬੇ। ਪੰਡਤ ਜੀ ਤੁਸੀਂ ਸਾਡੇ ਜਰਨੈਲ ਹੋ ਤੇ ਤੁਸੀਂ ਬੁੱਧੀ ਬਲ ਦੇ ਨਾਲ ਇਹਨਾਂ ਪਹਾੜੀਆਂ ਨਾਲ ਵੈਰੀਆਂ ਨਾਲ 2-2 ਹੱਥ ਕਰਨੇ ਐ। ਨਗਰ ਪਾਵਟੇ ਨਿਕਟ ਨਾ ਲੜੈ। ਇਹ ਗੱਲ ਠੀਕ ਹੈ ਕਿ ਅਸੀਂ ਪੌਂਟੇ ਸਾਹਿਬ ਤੋਂ ਦੂਰ ਜਾ ਕੇ ਲੜੀਏ, ਪੌਂਟੇ ਦੇ ਨੇੜੇ ਜੰਗ ਨਾ ਕਰੀਏ। ਕਹਾਂ ਤਰਾ ਸ਼ਤਰਨ ਤੇ ਧਰੈ। ਅਸੀਂ ਦੁਸ਼ਮਣ ਤੋਂ ਕੀ ਡਰਦੇ ਹਾਂ, ਦੁਸ਼ਮਣ ਦਾ ਸਾਨੂੰ ਕੀ ਖਤਰਾ ਹੈ। ਗਾਢੇ ਗੇਰਨ ਖੰਭ ਅਗਾਰੀ। ਮਹਾਰਾਜ ਕਹਿੰਦੇ ਅਸੀਂ ਜਿੱਧਰੋਂ ਦੁਸ਼ਮਣ ਆ ਰਿਹਾ ਨਾ ਉਧਰ ਰਣ ਖੰਭਾ ਗੱਡਾਂਗੇ। ਰਣ ਖੰਭਾ ਹੁੰਦਾ ਵੀ ਉਹ ਇੱਕ ਏਰੀਆ ਮਿਥ ਲਿਆ ਜਾਂਦਾ ਵੀ ਇੱਥੇ ਲੜਾਈ ਹੋਣੀ ਹੈ, ਉਹਦੇ ਵਿੱਚ ਨਿਸ਼ਾਨ ਸਾਹਿਬ ਜਾਂ ਝੰਡਾ ਰਣ ਖੰਭਾ ਗੱਡ ਦਿੱਤਾ ਜਾਂਦਾ। ਉਹ ਜਿਹੜਾ ਝੰਡਾ ਗੱਡਿਆ ਹੁੰਦਾ ਫੌਜ ਨੂੰ ਪਤਾ ਹੁੰਦਾ ਵੀ ਇੱਥੇ ਸਾਡਾ ਮੋਰਚਾ ਹੈ। ਮਹਾਰਾਜ ਕਹਿੰਦੇ ਅਸੀਂ ਉੱਥੇ ਨਿਸ਼ਾਨ ਲਾਵਾਂਗੇ ਜਿੱਥੇ ਦੁਸ਼ਮਣ ਆ ਰਿਹਾ ਚੜ ਕੇ। ਇਹ ਸਮਥਲ ਕੋ ਲੇਹ ਨਿਹਾਰੀ। ਔਰ ਜਿੱਥੇ ਜੰਗ ਦਾ ਬਰਾਬਰ ਥਾਂ ਹੋਵੇਗਾ ਯੁੱਧ ਦਾ। ਰਿਪ ਆਗਮਨ ਸਮੁਖ ਚਿਤ ਹੋਏ। ਜਿੱਧਰ ਦੁਸ਼ਮਣ ਆ ਰਿਹਾ ਉਹਦੇ ਸਾਹਮਣੇ ਖਲੋਵਾਂਗੇ ਛਾਤੀ ਢਾਹ ਕੇ। ਪਿਖਿਓ ਪ੍ਰਥਮ ਸੁਧ ਦੀਜਹਿ ਕੋਏ। ਆਹੇ ਪੰਡਤ ਜੀ, ਜੇ ਤੁਸੀਂ ਕੋਈ ਇਹੋ ਜਿਹੀ ਥਾਂ ਵੇਖੀ ਹੋਈ ਹੈ ਤੁਹਾਡੀ ਨਿਗਾਹ ਵਿੱਚ ਲੜਾਈ ਵਾਸਤੇ ਜਿਹੜੀ ਸਭ ਤੋਂ ਵਧੀਆ ਥਾਂ ਹੋਵੇ ਉਹ ਦੱਸੋ, ਸਾਨੂੰ ਖਬਰ ਦਿਓ। ਲੈ ਕਰ ਚਮੂ ਸੰਗ ਪ੍ਰਸਥਾਨੈ। ਮਹਾਰਾਜ ਕਹਿੰਦੇ ਫੌਜ ਲੈ ਕੇ ਉੱਥੇ ਹੀ ਚੱਲੀਏ। ਫਿਰ
ਜਿੱਥੇ ਜੰਗ ਦਾ ਮੈਦਾਨ ਸਾਰਿਆਂ ਤੋਂ ਸਹੀ ਹੋਵੇ, ਆਵਤ ਪਿਖ ਗੁਲ ਕਾ ਹਤ ਹਾਨੈ, ਜਿੱਥੇ ਸਾਹਮਣੇ ਦੁਸ਼ਮਣ ਆਵੇ ਤੇ ਉਹਦੀ ਛਾਤੀ 'ਚ ਗੋਲੀਆਂ ਮਾਰੀਏ ਤੇ ਤੀਰ ਮਾਰੀਏ। ਹਮ ਮੰਡਹਿ ਤਿਹ ਜੰਗ ਅਖਾਰਾ, ਮਹਾਰਾਜ ਕਹਿੰਦੇ ਉੱਥੇ ਜੰਗ ਕਰਾਂਗੇ ਚੱਲ ਕੇ, ਸ਼ਸਤਰ ਸਮੂਹਨ ਕੇਰ ਪ੍ਰਹਾਰਾ, ਉੱਥੇ ਵੈਰੀ ਦੀ ਛਾਤੀਆਂ ਵਿੱਚ ਤੀਰ ਮਾਰਾਂਗੇ, ਗੋਲੀਆਂ ਮਾਰਾਂਗੇ, ਤੇਗਾਂ ਮਾਰਾਂਗੇ, ਖੰਡੇ ਖੜਕਾਵਾਂਗੇ, ਲੜਾਂਗੇ। ਜਿਹੜਾ ਮੈਦਾਨ ਪੰਡਤ ਜੀ ਤੁਹਾਨੂੰ ਲੱਗਦਾ ਚੰਗਾ ਉਹ ਦੱਸੋ। ਲਰਤ ਭਰਾਵਹਿ ਡਰ ਧਰ ਚੀਤ, ਕਹਿੰਦੇ ਦੁਸ਼ਮਣ ਮੈਦਾਨੇ ਜੰਗ ਚੋਂ ਭੱਜ ਜਾਏਗਾ ਛੱਡ ਕੇ, ਨਤ ਸੰਘਾਰਹਿ ਪ੍ਰਾਪਤ ਜੀਤ, ਜੇ ਭੱਜਿਆ ਨਹੀਂ ਤੇ ਮਾਰਿਆ ਜਾਵੇਗਾ। ਉਹਨਾਂ ਦੇ ਬਚਣ ਦਾ ਇੱਕੋ ਹੀ ਹੀਲਾ, ਜੇ ਭੱਜ ਜਾਣਗੇ ਤੇ ਬਚ ਜਾਣਗੇ, ਨਹੀਂ ਤਾਂ ਮਾਰੇ ਜਾਣਗੇ। ਸੁਨ ਕਿਰਪਾਲ ਮਾਤੁਲ ਗੁਰ ਕੀ, ਜਦੋਂ ਕਲਗੀਧਰ ਪਾਤਸ਼ਾਹ ਨੇ ਆਪਣੇ ਜਰਨੈਲਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ, ਇਕੱਲਾ ਪੰਡਤ ਦਇਆਰਾਮ ਥੋੜਾ ਸੀ ਉੱਥੇ ਮਹਾਰਾਜ ਦੇ ਪੰਜੇ ਭੂਆ ਦੇ ਪੁੱਤਰ ਜੀਤਮਲ, ਸੰਗੋ ਸ਼ਾਹ, ਮਾਰੀ ਚੰਦ, ਗੰਗਾ ਰਾਮ, ਗੁਲਾਬ ਰਾਏ ਸੂਰਮੇ ਖੜੇ ਸਨ। ਦੀਵਾਨ ਨੰਦ ਚੰਦ ਖੜਾ ਸੀ, ਮਾਮਾ ਕਿਰਪਾਲ ਚੰਦ ਜੀ ਕੋਲ ਖੜੇ ਸਨ। ਸਭਾ ਮਝਾਰ ਕਹਿਓ ਤਿਸ ਬੀਰਾ, ਮਾਮਾ ਕਿਰਪਾਲ ਚੰਦ ਜੀ ਕਲਗੀਧਰ ਪਾਤਸ਼ਾਹ ਨੂੰ ਦੱਸਦੇ ਹਨ, ਥਲ ਭੰਗਾਣੀ ਕੋ ਜਹ ਨੀਕਾ। ਇਹ ਮਾਮਾ ਕਿਰਪਾਲ ਚੰਦ ਸਾਧ ਸੰਗਤ ਜੀ ਮਾਤਾ ਗੁਜਰੀ ਦਾ ਛੋਟਾ ਭਰਾ ਸੀ। ਤੇ ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਸਤਿਗੁਰਾਂ ਦਾ ਦਲ ਸੀ ਨਾ, ਉਦੋਂ ਇਹ ਗੱਭਰੂ ਸੀ, ਨੌਜਵਾਨ, ਜਿਵੇਂ ਮਤਲਬ 15-16 ਸਾਲਾਂ ਦਾ। ਇਹ ਛੇਵੇਂ ਪਾਤਸ਼ਾਹ ਦੀ ਫੌਜ ਵਿੱਚ ਰਿਹਾ, ਸੱਤਵੇਂ ਪਾਤਸ਼ਾਹ ਦੀ ਫੌਜਾਂ ਦੇ ਸਮੇਂ ਵੀ ਰਿਹਾ, ਫਿਰ ਹੁਣ ਨੌਵੇਂ ਪਾਤਸ਼ਾਹ ਦੇ ਨਾਲ ਵੀ ਰਿਹਾ, ਤੇ 10ਵੇਂ ਪਾਤਸ਼ਾਹ ਦੀ ਫੌਜ ਦਾ ਇਹ ਜਰਨੈਲ ਹੈ ਮਾਮਾ ਕਿਰਪਾਲ ਚੰਦ। ਮਹਾਰਾਜ ਨੂੰ ਕਹਿ ਰਿਹਾ, ਮਹਾਰਾਜ ਥਲ ਭੰਗਾਣੀ ਕੋ ਜਹ ਨੀਕਾ, ਭੰਗਾਣੀ ਪਿੰਡ ਜਿਹੜਾ ਆ ਉਹ ਮੇਰੇ ਖਿਆਲ ਵਿੱਚ ਲੜਾਈ ਦੇ ਲਈ ਬਹੁਤ ਠੀਕ ਰਵੇਗਾ। ਤਿਥੀ ਆਵਨ ਹੋਏ ਰਿਪਹੀ ਕਾ, ਔਰ ਦੁਸ਼ਮਣ ਨੇ ਆਉਣਾ ਵੀ ਉਧਰੋਂ ਹੀ ਹੈ, ਭੰਗਾਣੀ ਵਾਲੇ ਰਸਤੇ ਤੋਂ ਲੰਘ ਕੇ ਪਹਾੜੀਆਂ ਨੇ ਆਉਣਾ ਹੈ। ਬਹਿ ਨਦੀ ਇੱਕ ਨਾਮ ਗਿਰੀ ਹੈ, ਮਹਾਰਾਜ ਉੱਥੇ ਇੱਕ ਨਦੀ ਛੋਟੀ ਵਗਦੀ ਹੈ, ਉਸ ਨਦੀ ਦਾ ਨਾਮ ਗਿਰੀ ਨਦੀ ਹੈ। ਦਿਸ਼ ਦੂਜੇ ਰਵ ਸੁਤਾ ਢਰੀ ਹੈ, ਤੇ ਦੂਜੇ ਪਾਸੇ ਜਮਨਾ ਹੈ। ਇੱਕ ਪਾਸੇ ਗਿਰੀ ਨਦੀ ਹੈ, ਇੱਕ ਪਾਸੇ ਜਮਨਾ ਹੈ, ਉਹ ਵਿਚਕਾਰ ਹੈ ਪਿੰਡ ਭੰਗਾਣੀ। ਤੇ ਪਿਛਲੇ ਪਾਸੇ ਆਪਣਾ ਕਿਲਾ ਪੌਂਟਾ ਸਾਹਿਬ ਆ ਗਿਆ। ਤਿੰਨ ਪਾਸੋਂ ਸੇਫਟੀ ਆਪਣੀ, ਇਧਰ ਜਮਨਾ ਦੀ ਸੇਫਟੀ, ਇੱਕ ਜਮਨਾ ਵੀ ਪਾਰ ਕਰਕੇ ਕੋਈ ਸੋਚ ਕੇ ਹੀ ਆਵੇਗਾ, ਨਦੀ ਐਵੇਂ ਤਾਂ ਪਾਰ ਨਹੀਂ ਹੁੰਦੀ। ਜੇ ਉਧਰ ਵੀ ਧਿਆਨ ਰੱਖਾਂਗੇ, ਜੇ ਜਮਨਾ ਚੋਂ ਇਧਰੋਂ ਆਉਂਦਾ ਤੇ ਇਧਰੋਂ ਆਪਾਂ ਜਮਨਾ ਚੋਂ ਨਹੀਂ ਟੱਪਣ ਦੇਣਾ ਦੁਸ਼ਮਣ ਨੂੰ। ਇਧਰੋਂ ਗਿਰੀ ਨਦੀ ਵੱਲੋਂ ਆਉਣਗੇ ਤੇ ਨਦੀ ਉਹ ਵੀ ਸਾਡੀ ਮਦਦ ਕਰੇਗੀ, ਆਪਾਂ ਉਹਦੀ ਨਦੀ ਨਹੀਂ ਟੱਪਣ ਦੇਣੀ ਦੁਸ਼ਮਣ ਨੂੰ। ਪਿਛਲੇ ਪਾਸੇ ਆਪਣਾ ਕਿਲਾ, ਆਪਣਾ ਘਰ ਆਪਣੀ ਪਿੱਠ ਤੇ ਹੈ, ਇੱਕੋ ਹੀ ਸਾਹਮਣਾ ਪਾਸਾ ਜਿੱਧਰੋਂ ਦੁਸ਼ਮਣ ਨੇ ਆਉਣਾ, ਤੇ ਦੁਸ਼ਮਣ ਨੂੰ ਭਜਦਿਆਂ ਵੀ ਰਾਹ ਉਧਰ ਹੀ ਲੱਭਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਧਰ ਜੇ ਨਦੀ 'ਚ ਵੜਨਗੇ ਤੇ ਅਸੀਂ ਨਦੀ 'ਚ ਵੜਦਿਆਂ ਨੂੰ ਮਾਰਾਂਗੇ, ਇੱਧਰ ਨਦੀ 'ਚ ਵੜਨਗੇ ਤੇ ਤਾਂ ਨਦੀ 'ਚ ਮਾਰਾਂਗੇ, ਡੋਬ ਡੋਬ ਕੇ ਮਾਰਾਂਗੇ। ਤੇ ਸਾਡੇ ਪਿੱਛੇ ਸਾਡਾ ਘਰ ਹੈ, ਇੱਧਰ ਅਸੀਂ ਆਉਣ ਨਹੀਂ ਦਿੰਦੇ। ਮਾਮਾ ਕਿਰਪਾਲ ਚੰਦ ਕਹਿੰਦਾ, ਮੇਰੀ ਨਿਗਾਹ ਵਿੱਚ ਭੰਗਾਣੀ ਦਾ ਮੈਦਾਨ ਹੀ ਜੰਗ ਦਾ ਮੈਦਾਨ ਠੀਕ ਰਹੇਗਾ। ਰਾਜਪੁਰਾ ਤੇ ਪਰੈ ਸੋ ਨਗਰਾ, ਉੱਥੇ ਇੱਕ ਪਿੰਡ ਪੈਂਦਾ ਰਾਜਪੁਰਾ। ਇੱਕ ਤਾਂ ਰਾਜਪੁਰਾ ਸਾਧ ਸੰਗਤ ਜੀ ਪਟਿਆਲੇ ਦੇ ਕੋਲ ਹੈ, ਉਹ ਨਹੀਂ, ਇਹ ਉੱਥੇ ਭੰਗਾਣੀ ਦੇ ਕੋਲ ਹੈ ਇੱਕ ਰਾਜਪੁਰਾ। ਰਾਜਪੁਰੇ ਤੇ ਭੰਗਾਣੀ ਭੰਗਾ ਪਿੰਡ ਸੀਗਾ, ਤੇ ਹੌਲੇ ਹੌਲੇ ਨੂੰ ਭੰਗਾਣੀ ਕਹਿੰਦੇ ਆ। ਸੋ ਭੰਗਾਣੀ ਤੇ ਰਾਜਪੁਰੇ ਦੇ ਇਲਾਕੇ ਦੇ ਵਿੱਚ ਉਸ ਪਿੰਡ ਦੇ ਕੋਲ ਮੋਰਚਾ ਲਾ ਲਈਏ। ਤਰੇ ਨਰਨ ਕੋ ਥਲ ਹੈ ਸਗਰਾ, ਮਹਾਰਾਜ ਉੱਥੇ ਬਹੁਤ ਸੋਹਣੀ ਥਾਂ ਹੈ ਮੈਦਾਨੇ ਜੰਗ ਵਿੱਚ, ਘੋੜੇ ਦੌੜਨ ਵਾਸਤੇ, ਦੁਸ਼ਮਣ ਤੇ ਹਮਲਾ ਕਰਨ ਵਾਸਤੇ। ਸ਼੍ਰੀ ਜਗ ਗੁਰ ਗਾਟੋ ਰੰਥੰਬਾ, ਮਾਮਾ ਕਿਰਪਾਲ ਚੰਦ ਜੀ ਕਹਿੰਦੇ, ਹੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ, ਮੇਰਾ ਖਿਆਲ ਹੈ ਜੇ ਆਪ ਜੀ ਨੂੰ ਠੀਕ ਲੱਗੇ ਤਾਂ ਆਪ ਜੀ ਭੰਗਾਣੀ ਦੇ ਵਿੱਚ ਆਪਣਾ ਨਿਸ਼ਾਨ ਗੱਡ ਦਿਓ, ਉੱਥੇ ਮੋਰਚਾ ਬੰਦੀ ਕਰ ਲਵੋ, ਤਾਹਾਂ ਪਿਖੋ ਸੰਗਰਾਮ ਅਚੰਬਾ। ਉੱਥੇ ਜੰਗ ਦੇ ਨਜ਼ਾਰੇ ਲਵਾਂਗੇ। ਮਹਾਰਾਜ ਨੇ ਆਪਣੀ ਬਾਣੀ 'ਚ ਪੰਗਤੀ ਲਿਖੀ, ਕਹੂੰ ਜੰਗ ਕੇ ਰੰਗ ਪੇਖੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੰਗ ਦੇ ਵੀ ਰੰਗ ਹੁੰਦੇ ਆ, ਪਰ ਉਹ ਸੂਰਮਿਆਂ ਨੂੰ ਨਜ਼ਰ ਆਉਂਦੇ ਆ, ਮੇਰੇ ਵਰਗਿਆਂ ਨੂੰ ਕੀ ਆਉਣੇ ਆ। ਉਹਦਾ ਬਹਾਦਰਾਂ ਯੋਧਿਆਂ ਨੂੰ ਚੰਗੇ ਲੱਗਦੇ ਆ। ਕਹੂੰ ਜੰਗ ਕੇ ਰੰਗ ਪੇਖੇ। ਮਹਾਰਾਜ ਉੱਥੇ ਫਿਰ ਜੰਗ ਦੇ ਰੰਗ ਵੇਖਾਂਗੇ। ਨਗਰ ਪਾਵਟਾ ਤਜ ਖਟ ਕੋਸ, ਸੋ ਸਾਧ ਸੰਗਤ ਜੀ, ਪੌਂਟਾ ਸਾਹਿਬ ਤੋਂ 6 ਕੋ ਬੜਾ ਵੱਡਾ ਹੁੰਦਾ। ਅੱਜ ਕੱਲ
ਕਿਲੋਮੀਟਰ ਨੇ, ਕਿਲੋਮੀਟਰ ਨਾਲੋਂ ਮੀਲ ਵੱਡਾ ਹੁੰਦਾ। ਇੱਥੇ ਅਮਰੀਕਾ 'ਚ ਤਾਂ ਮੀਲ ਚੱਲਦਾ, ਅਤੇ ਮੀਲ ਤੋਂ ਸਾਧ ਸੰਗਤ ਜੀ ਕੋਹ ਵੱਡਾ ਹੁੰਦਾ। ਅਤੇ ਕੋਹ ਉਸ ਵੇਲੇ ਉੱਥੋਂ ਪੌਂਡੇ ਸਾਹਿਬ ਤੋਂ 6 ਕੋਹ ਪੈਂਦਾ, ਲਗਭਗ 20-22 ਕਿਲੋਮੀਟਰ ਬਣ ਜਾਂਦਾ ਹੈ। ਤਹਿ ਤਿਰ ਹੋਏ ਹਤ ਹੋਰ ਪਰੋਸ। ਮਹਾਰਾਜ ਉੱਥੇ ਭੰਗਾਣੀ ਦੇ ਮੈਦਾਨ ਵਿੱਚ ਵੈਰੀ ਨਾਲ 2-2 ਹੱਥ ਕਰੋ, ਉੱਥੇ ਦੁਸ਼ਮਣ ਦਾ ਮੁਕਾਬਲਾ ਕਰੋ। ਇਹ ਫੈਸਲਾ ਹੋਇਆ। ਸਾਰੇ ਸੂਰਮੇ ਤਿਆਰ ਪਰ ਤਿਆਰ ਹੋ ਗਏ ਨੇ। ਮਹਾਰਾਜ 10ਵੇਂ ਪਾਤਸ਼ਾਹ ਜੰਗ ਦੀ ਤਿਆਰੀ ਕਰਦੇ ਹੈ, ਸਾਰੇ ਸੂਰਮਿਆਂ ਨੂੰ ਤਿਆਰ ਕਰਦੇ ਹੈ। ਉੱਧਰੋਂ ਰਾਜਿਆਂ ਦੀ ਕਥਾ ਆਵੇਗੀ ਵੀ ਰਾਜੇ ਕਿਵੇਂ ਤਿਆਰੀ ਕਰਕੇ ਚੱਲਣਗੇ। ਇਹ ਕਥਾ ਸਾਧ ਸੰਗਤ ਜੀ ਜਿਹੜੇ ਗੁਰਸਿੱਖ ਫੇਸਬੁੱਕ 'ਤੇ ਸਰਵਣ ਕਰਦੇ ਹੈ ਉਹ ਰੈਗੂਲਰ ਸੁਣ ਸਕਦੇ ਹੈ। ਅਤੇ ਇੱਦਾਂ ਹੀ ਦਾਸ ਜਿੱਥੇ ਵੀ ਜਾਂਦਾ ਹੈ ਇੱਕ ਇਤਿਹਾਸ ਦੀ ਕਥਾ ਅੱਗੇ ਦੀ ਲੜੀ ਤੋਰੀ ਰੱਖੀਦਾ, ਨਾਲੇ ਆਪਣਾ ਮਨ ਜੁੜਿਆ ਰਹਿੰਦਾ ਪਾਤਸ਼ਾਹ ਦੇ ਚਰਨਾਂ ਵਿੱਚ, ਨਾਲੇ ਸੰਗਤਾਂ ਨੂੰ ਗੁਰੂ ਇਤਿਹਾਸ ਦਾ ਪਤਾ ਲੱਗਦਾ ਹੈ। ਸੋ ਇਤਨੀਆਂ ਹਾਜ਼ਰੀਆਂ ਆਪ ਜੀ ਦੇ ਸਥਾਨਾਂ 'ਤੇ ਸਤਿਕਾਰਯੋਗ ਬਾਬਾ ਜੀ ਸਿੰਘ ਸਾਹਿਬ, ਗਿਆਨੀ ਭੁਪਿੰਦਰ ਸਿੰਘ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹਨਾਂ 'ਤੇ ਕਿਰਪਾ ਹੈ। ਭਾਵਨੀ ਵਾਲੇ ਗੁਰਸਿੱਖ ਹਨ। ਕੋਈ ਪਿਛਲੇ ਜਨਮਾਂ ਦੀ ਕੋਈ ਭਗਤੀ ਹੁੰਦੀ ਹੈ ਤਾਂ ਹੀ ਗੁਰੂ ਸਾਹਿਬਾਂ ਦੇ ਚਰਨਾਂ ਨਾਲ ਪ੍ਰੇਮਾ ਭਗਤੀ ਬਣ ਆਉਂਦੀ ਹੈ। ਸਾਧ ਸੰਗਤ ਜੀ ਅੱਜ ਕੱਲ੍ਹ ਤਰਕ ਦਾ ਬੜਾ ਜ਼ਮਾਨਾ ਹੈ, ਕਿੰਤੂ ਪਰੰਤੂ 'ਚ ਦੁਨੀਆ ਪਈ ਹੋਈ ਹੈ। ਸਾਰਿਆਂ ਦੇ ਮੱਥੇ 'ਤੇ ਕੁਐਸਚਨ ਮਾਰਕ ਲੱਗਾ ਹੋਇਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤਾਂ ਧੰਨ ਹਨ ਉਹ ਗੁਰੂ ਕੇ ਸਿੱਖ ਜਿਹੜੇ ਇਹ ਕੁਐਸਚਨ ਮਾਰਕ ਪਰੇ ਸੁੱਟ ਦਿੰਦੇ ਆ ਅਤੇ ਗੁਰੂ ਦੇ ਭੈ ਵਿੱਚ, ਗੁਰੂ ਦੀ ਭਾਵਨੀ ਵਿੱਚ ਆ ਕੇ ਆਪਣਾ ਜਨਮ ਸਫਲਾ ਕਰਦੇ ਹੈ। ਸੋ ਗਿਆਨੀ ਜੀ ਬਹੁਤ ਪ੍ਰੇਮ ਭਾਵਨਾ ਵਾਲੇ, ਹੁਕਮ ਲਾਇਆ ਸੀ ਵੀ ਇੱਕ ਹਫ਼ਤਾ ਜ਼ਰੂਰ ਹਾਜ਼ਰੀ ਭਰਨੀ ਹੈ। ਸੋ ਇਹਨਾਂ ਦੇ ਪ੍ਰੇਮ ਦੇ ਔਰ ਸੰਗਤਾਂ ਦੇ, ਨੌਜਵਾਨ ਬੱਚਿਆਂ ਦੇ ਪਿਆਰ ਕਰਕੇ ਇਹ ਹਾਜ਼ਰੀ ਭਰੀ। ਆਪ ਜੀ ਦੇ ਨਾਲ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਇਤਿਹਾਸ ਦੀ ਸਾਂਝ ਪਾਈ। ਇੰਨੇ ਦਿਨ ਵਿਚਰਦਿਆਂ ਹੋਇਆਂ, ਬਹਿੰਦਿਆਂ ਉੱਠਦਿਆਂ ਹੋਇਆਂ ਬਹੁਤ ਭੁੱਲਾਂ ਗਲਤੀਆਂ ਦੀਆਂ ਸਾਡੇ ਸਤਿਕਾਰਯੋਗ ਵੀਰ ਰਣਜੀਤ ਸਿੰਘ ਜੀ ਹਨ, ਜਿਨ੍ਹਾਂ ਦੇ ਘਰ ਅੱਜ ਹਫ਼ਤਾ ਹੋ ਗਿਆ ਸਾਨੂੰ। ਉਹ ਬੱਚੇ ਬਹੁਤ ਪ੍ਰੇਮ ਕਰਦੇ, ਆਪਣੇ ਘਰ ਵਰਗਾ ਹੀ ਮਾਹੌਲ, ਜਿਵੇਂ ਆਪਣੇ ਘਰ ਸੁੱਖ ਲਈਦਾ ਉੱਦਾਂ ਸਾਰੇ ਹੀ ਇੱਥੇ ਫੌਜਾਂ। ਜੈਦੀਪ ਸਿੰਘ ਜੀ ਹਨ, ਇਹ ਸੁਪ੍ਰੀਤ ਸਿੰਘ, ਫੌਜਾਂ ਸਾਰੀਆਂ ਜਿੰਨੇ ਵੀ ਇੱਥੇ ਬੈਠੇ ਹੈ ਸਾਰੇ ਨੌਜਵਾਨ ਪ੍ਰੇਮ ਕਰਦੇ ਹੈ। ਇਸ ਕਰਕੇ ਸੰਗਤਾਂ ਦੇ ਵਿੱਚ ਵਿਚਰਦਿਆਂ ਹੋਇਆਂ ਕੋਈ ਭੁੱਲ ਚੁੱਕ ਹੋ ਜਾਂਦੀ ਹੈ, ਇਨਸਾਨ ਭੁੱਲਣਹਾਰ ਹੈ, ਉਹ ਨਾ ਚਿਤਾਰਨਾ। ਅਰਦਾਸ ਕਰਨੀ ਸੱਚੇ ਪਾਤਸ਼ਾਹ ਇਹ ਮਨੁੱਖਾ ਜਨਮ ਤੁਹਾਡੀ ਸੇਵਾ ਸਿਮਰਨ ਵਿੱਚ ਸਫਲਾ ਹੋ ਜਾਵੇ, ਕਿਉਂਕਿ ਬਾਰ-ਬਾਰ ਇੱਕ ਜਨਮ ਨਹੀਂ ਮਿਲਦਾ। ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਪਹੁੰਚਲ ਫੇਰਾ। ਭੁੱਲਾਂ ਚੁੱਕਾਂ ਦੀ ਖਿਮਾ। हे गोविंद हे गोपाल हे दयाल लाल। प्राणनाथ अनाथ सखे दीन दर्द। हे समर्थ अगम पूरण मोहे मया तार। अंधकूप महाप्यान नानक पार्यो तार। आए प्रभ शरणागति कृपा निध दयाल। एक अखर हर मन बसत नानक होत दयाल। वाहिगुरु नाम जहाज है जो शब्द सेव दे गुर पारियो तारनहार। जो सरदा कर सेव दे गुरु पारियो तारनहार। कंडा जाके हाथ में कभी सोए शीस। तो हमारी रचया करे कर की तार जगदीश। वाहिगुरु जी का खालसा वाहिगुरु जी की परम